डॉलर मंगया, प्लंबर आया तो प्लंबर वो कहता प्लंबर नूं कि यार तू कोई थोड़ा पैसे उपर थले कर ला, कहता जी उपर थले तार हो सकती है हुणे कर देना। मतलब कि उन्हें $150 मंगया तो $150 लैके गया 1 घंटे का। तुसीं ये सोचो कि प्लंबर की कितनी डिमांड है। मैं एक ਆਸਟ੍ਰੇਲੀਆ ਦੇ ਵਿੱਚ ਇੱਕ ਫੈਮਿਲੀ ਦੇ ਘਰ ਗਿਆ, ਮੈਲਬਰਨ ਸੀਗਾ, ਤੇ ਮੈਨੂੰ ਉਹਨਾਂ ਨੇ ਕਿਹਾ, ਮੈਨੂੰ ਜਿਹੜੀ ਜਿਸ ਘਰ ਮੈਂ ਗਿਆ ਤੇ ਉਹ ਮੈਨੂੰ ਉਹਨਾਂ ਦੀ ਜਿਹੜੀ ਵਾਈਫ ਸੀ ਲੇਡੀ, ਉਹ ਕਹਿੰਦੀ ਜੀ ਭਾਈ ਸਾਹਿਬ ਸਾਡੀ ਆ ਵਾਸ਼ ਸੀਟ ਖਰਾਬ ਹੈ ਤੇ ਬੜੇ ਦਿਨ ਹੋ ਗਏ ਅਸੀਂ ਪਲੰਬਰ ਨੂੰ ਬੁਲਾ ਰਹੇ ਹਾਂ, ਉਹ ਆਇਆ ਨਹੀਂ ਹੋਇਆ, ਆਂਦਾ ਨਹੀਂ। ਮੈਂ ਕਿਹਾ ਤੁਸੀਂ ਉਹਨੂੰ ਫੋਨ ਕੀਤੇ? ਕਹਿੰਦੇ ਫੋਨ ਤੁਹਾਨੂੰ ਬਹੁਤ ਕੀਤੇ ਆ ਪਰ ਉਹ ਬਿਜ਼ੀ ਇੰਨਾ ਪਲੰਬਰ। ਕਹਿੰਦੇ ਉਹ ਪਲੰਬਰ ਕੋਲੇ ਭਾਈ ਸਾਹਿਬ ਇੰਨਾ ਪੈਸਾ ਹੈ ਕਿ ਉਹ ਤਾਂ ਛੱਤ ਤੇ ਰੱਖ ਕੇ ਡਾਲਰ ਗਿਣਦਾ, ਛੱਤ ਤੇ ਰੱਖ ਕੇ, ਤੇ ਉਹਨੇ 3 ਚਾਰਟਰਡ ਅਕਾਊਂਟੈਂਟ ਨੌਕਰ ਰੱਖੇ ਹੋਏ ਆ। ਮੈਂ ਹੈਰਾਨ ਰਹਿ ਗਿਆ, ਟੈਕਸ ਦੇਣ ਵਾਸਤੇ ਉਹਨੇ 3 ਚਾਰਟਰਡ ਅਕਾਊਂਟੈਂਟ ਪਲੰਬਰ ਨੇ ਨੌਕਰ ਰੱਖੇ ਹੋਏ ਆ। ਹੁਣ ਇਸ ਗੱਲ ਦਾ ਕਨਕਲੂਜਨ ਕੀ ਹੈ? ਤੀਸਰੀ ਗੱਲ ਦਾ ਕਨਕਲੂਜਨ, ਮਾਈ ਡੀਅਰ ਸਟੂਡੈਂਟਸ ਐਂਡ ਪੇਰੈਂਟਸ, ਕੋਈ ਪ੍ਰੋਫੈਸ਼ਨ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ, ਕੋਈ ਪ੍ਰੋਫੈਸ਼ਨ ਵੱਡਾ ਨਹੀਂ ਛੋਟਾ ਨਹੀਂ, ਸਾਰੇ ਪ੍ਰੋਫੈਸ਼ਨਸ ਦੀ ਬਾਹਰ ਬਰਾਬਰ ਦੀ ਇੱਜ਼ਤ ਹੈ। ਆਪਣੀ ਜਿਵੇਂ ਇੰਡੀਆ ਦੇ ਵਿੱਚ ਹੈ ਨਾ ਕਿ ਡਾਕਟਰ पैसे की बहुत इज्जत है, नहीं, इस तरह की कोई गल नहीं। सारे प्रोफैशन ऑल आर इक्वली रिस्पैक्टेड, सारे प्रोफैशन इक्वली रिस्पैक्टेड होंगे है और सारे प्रोफैशन की जी प्रॉपर उन्होंने सैलरी बहुत है। तुसीं ये देखो कि इंडिया के विच भी सैलरी जी स्किल ओरीएंटेड है। तुसीं लो एक एग्जाम्पल है, मैं तुहानूं हुणे तुसीं करदा है, तुहाडे घर की सीट मान लो कोई वॉश बेसन है किते खराब हो गई, तुहाडे इलैक्ट्रीशियन है, कारपेंटरी है, तुसीं हुणे किसे नूं बुलाओ प्लंबर नूं, ਤੁਹਾਡੇ ਕੋਲੇ ਪਲੰਬਰ ਬਾਹਰ ਫੋਰਨ ਕੰਟਰੀ ਚ ਵੀ ਡਿਮਾਂਡ ਹੈ, ਬੁਲਾ ਕੇ ਦਿਖਾ ਦਿਓ। ਔਰ ਉੱਥੇ ਤਾਂ ਇਹ ਹੈ ਕਿ ਜੇ ਤੁਸੀਂ ਕਿਸੇ ਪਲੰਬਰ ਨੂੰ ਬੁਲਾ ਲਿਆ ਤਾਂ ਉਹਨੇ ਕਹਿਣਾ ਜੀ ਮੈਂ ਆਉਂਗਾ, ਪਹਿਲਾਂ ਦੇਖੂੰਗਾ, ਜੇ ਦੇਖ ਕੇ ਮੈਂ ਸਮਝੂੰਗਾ ਮੇਰੀ $50 ਘਰ ਆਉਣ ਦੀ ਫੀਸ ਹੈ, ਕੰਸਲਟੈਂਸੀ ਫੀਸ ਹੈ, ਜਿਵੇਂ ਸਾਡੇ ਇੱਥੇ ਡਾਕਟਰ ਦੀ ਕੰਸਲਟੈਂਸੀ ਫੀਸ ਹੈ, $50 ਦੀ ਫੀਸ ਹੈ। ਉਸ ਤੋਂ ਬਾਅਦ ਜੋ ਵੀ ਉੱਥੇ ਆਉਂਦਾ ਉਹਨੇ ਕੰਮ ਕਰਨਾ, ਉਹਦੇ ਪੈਸੇ ਉਹਨੇ ਅਲੱਗ ਲੈਣੇ ਆ। ਇਹ ਤਾਂ ਮੈਂ ਚਲੋ ਇੱਕ ਤੁਹਾਨੂੰ ਸ਼ੈਫ, ਤੁਸੀਂ ਜੇ ਦੇਖੋ ਜਿਹੜੇ ਬੱਚੇ ਹੈ ਬੜੇ ਸਾਡੇ ਪਿੰਡਾਂ ਦੇ ਜਿਹੜੇ ਬੱਚੇ ਹੈ, ਸਾਰੇ ਪਿੰਡਾਂ ਦੇ ਬੱਚਿਆਂ ਨੂੰ ਖਾਣਾ ਬਣਾਉਣਾ ਤਾਂ ਆਉਂਦਾ। ਤੁਸੀਂ ਦੇਖੋ ਮਾਈ ਡੀਅਰ ਸਟੂਡੈਂਟਸ, ਮਾਈ ਡੀਅਰ ਪੇਰੈਂਟਸ, ਜੇ ਤੁਹਾਨੂੰ ਖਾਣਾ ਹੀ ਬਣਾਉਣਾ ਆਉਂਦਾ ਤੁਹਾਡੇ ਬੱਚੇ ਨੂੰ, ਤੁਸੀਂ ਇਸੇ ਸਕਿੱਲ ਨੂੰ ਅੱਗੇ ਲੈ ਜਾਓ। ਅੱਛੇ ਸ਼ੈਫ ਦੀ ਬੜੀ ਜ਼ਰੂਰਤ ਹੈ। ਬਾਹਰ ਦੇਖੋ, ਮੇਰੀ ਗੱਲ ਸੁਣੋ, ਜਿਹੜੇ ਕੁਝ ਚੀਜ਼ਾਂ ਜਿਨ੍ਹਾਂ ਦੇ ਵਿੱਚ ਕਦੇ ਜ਼ਿੰਦਗੀ ਦੇ ਵਿੱਚ ਰਿਸੈਸ਼ਨ ਨਹੀਂ ਆਉਣਾ। ਖਾਣ ਪੀਣ ਦੇ ਵਿੱਚ ਕਦੇ ਰਿਸੈਸ਼ਨ ਆਊਗਾ? ਖਾਣ ਪੀਣ ਦੇ ਵਿੱਚ ਕਦੇ ਰਿਸੈਸ਼ਨ ਨਹੀਂ ਆਉਂਦਾ। ਜਦੋਂ ਖਾਣ ਪੀਣ ਦੇ ਵਿੱਚ ਰਿਸੈਸ਼ਨ ਨਹੀਂ ਆਉਂਦਾ, ਜਿਨ੍ਹਾਂ ਨੂੰ ਅੱਛਾ ਖਾਣਾ ਬਣਾਉਣਾ ਆਉਂਦਾ ਉਹ ਆਪਦਾ ਖਾਣਾ ਹੀ ਬਣਾਉਣਾ ਸਿੱਖ ਲੈ, ਹਰ ਤਰ੍ਹਾਂ ਦਾ ਖਾਣਾ ਬਣਾਉਣਾ ਸਿੱਖਣ। ਮੈਂ ਕਹਿੰਦਾ ਇੱਥੇ ਤੁਸੀਂ ਇਹ ਦੇਖੋ ਕਿ ਆਪਾਂ YouTube ਤੇ ਖਾਣਾ ਦੇਖਦੇ ਹਾਂ, YouTube ਤੇ ਖਾਣਾ ਬਣਾ ਕੇ ਆਪਾਂ ਨਵੀਂ ਰੈਸਪੀਜ਼ ਬਣਾਉਂਦੇ ਹਾਂ, ਵੀਡੀਓਜ਼ ਆਪਾਂ ਦੇਖਦੇ ਹਾਂ। ਆ ਤਰਲਾ ਦਲਾਲ ਦੀ ਵੀਡੀਓ ਦੇਖ ਲਈ ਜੀ, ਦੇਰ ਆਰ ਸੋ ਮੈਨੀ। ਸੰਜੀਵ ਕਪੂਰ ਦੀ ਆਪਾਂ ਵੀਡੀਓ ਦੇਖ ਲਈ, ਉਹ ਵੀ ਸ਼ੈਫ ਹੀ ਹੈ ਨਾ। ਸੰਜੀਵ ਕਪੂਰ ਕੀ ਹੈ? ਖਾਣਾ ਹੀ ਬਣਾਉਂਦਾ ਹੈ। ਤੇ ਤੁਸੀਂ ਜੇ ਅੱਛਾ ਖਾਣਾ ਬਣਾਓਗੇ ਔਰ ਤੁਸੀਂ ਇਸ ਸਕਿੱਲ ਨੂੰ ਅੱਗੇ ਲੈ ਕੇ ਜਾਓਗੇ, ਦੁਨੀਆ 'ਚ ਤੁਹਾਡਾ ਨਾਮ ਹੋਊਗਾ। ਸੰਜੀਵ ਕਪੂਰ ਦਾ ਨਾਮ ਘਰ ਘਰ ਦੇ ਵਿੱਚ ਨਹੀਂ ਹੈ। ਤੇ ਇਸ ਕਰਕੇ ਮੈਂ ਤੁਹਾਨੂੰ ਅੱਜ ਇਹ ਕਹਿ ਰਿਹਾ ਕਿ ਆਪਣੀ ਸਕਿੱਲ ਨੂੰ ਹਾਸਿਲ ਕਰੋ, ਚਾਹੇ BA ਕਰੋ, BBA ਕਰੋ, BCA ਕਰੋ, BCom ਕਰੋ, ਇਹਦੇ ਵਿੱਚ ਪੜ੍ਹਦੇ ਹੋਏ ਸਕਿੱਲ ਲੈ ਸਕਦੇ ਹੋ, ਵੋਕੇਸ਼ਨਲ ਕੋਰਸ ਵੀ ਕਰ ਸਕਦੇ ਹੋ। ਮੰਨ ਲਓ ਤੁਸੀਂ ਅੱਜ ਮੈਂ ਕਹਿੰਦਾ ਕਿ ਟਾਈਪਿੰਗ ਕੰਪਿਊਟਰ ਆਪਰੇਟਰ ਹੈ, ਪਰ ਗੱਲ ਪਤਾ ਪ੍ਰੋਬਲਮ ਕੀ ਹੈ? ਅੱਜ ਦੀ ਡੇਟ ਸਮੱਸਿਆ ਇਹ ਹੈ ਕਿ ਬੱਚਿਆਂ ਕੋਲੇ ਡਿਗਰੀਆਂ ਤਾਂ ਹੈ ਪਰ ਬੱਚਿਆਂ ਕੋਲੇ ਨੌਲੇਜ ਹੀ ਨਹੀਂ ਹੈ। ਡਿਗਰੀ ਹੈ, ਨੌਲੇਜ ਨਹੀਂ ਹੈ। ਮੰਨ ਲਓ ਮੈਂ ਇੱਕ ਸਟੂਡੈਂਟ ਹੈ, ਮੈਂ ਉਹਨਾਂ ਕੋਲ MA ਕੀਤੀ ਹੈ, MA ਇੰਗਲਿਸ਼ ਵੀ ਕੀਤੀ ਹੈ। ਮੰਨ ਲਓ ਮੈਂ ਉਹਨੂੰ ਕਹਾਂ ਨਾ ਵੀ ਬੇਟਾ ਇੰਗਲਿਸ਼ ਦੀਆਂ ਲੈਟਰ ਹੈ ਜਿਹੜਾ ਟਾਈਪ ਕਰਦੇ, ਜਾਂ ਮੈਂ ਉਹਨੂੰ ਪੰਜਾਬੀ ਦਾ ਕੰਟੈਂਟ ਦੱਸਾਂ, ਪੰਜਾਬੀ ਦਾ ਕੰਟੈਂਟ ਦੱਸ ਕੇ ਮੈਂ ਕਹੂੰਗਾ ਬੇਟਾ ਇਹਨੂੰ ਇੰਗਲਿਸ਼ 'ਚ ਟਾਈਪ ਕਰ ਦੇ, ਉਹ ਨਹੀਂ ਟਾਈਪ ਕਰ ਸਕਦਾ। ਉਹ ਉਹਦੇ 'ਚ 100 ਗਲਤੀਆਂ ਹੋਣਗੀਆਂ, ਉਹਦੇ 'ਚ ਬਹੁਤ ਗਲਤੀਆਂ ਹੋਣਗੀਆਂ। ਇਸ ਕਰਕੇ ਬੇਟਾ ਇਹਨੂੰ ਕਹਿੰਦੇ ਆ ਸਕਿੱਲ। ਕੈਨ ਯੂ ਟਾਈਪ ਅ ਲੈਟਰ ਵਿਦ 0 ਡਿਫੈਕਟ, ਵਿਦ 0 ਮਿਸਟੇਕ, ਕੈਨ ਯੂ ਡੂ ਇਟ? ਇਹਨੂੰ ਕਹਿੰਦੇ ਆ ਸਕਿੱਲ। ਤੇ ਇਸ ਕਰਕੇ ਬੇਟਾ ਬਹੁਤ ਸਾਰੇ ਕੋਰਸਿਸ ਸਾਡੇ ਅਵੇਲੇਬਲ ਹੈ, ਜਿਹਨੂੰ ਕਿ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੋਰਸ ਹੈ। ਜਦੋਂ ਵੀ ਤੁਸੀਂ ਇੰਡੀਆ ਦੇ ਵਿੱਚ ਵੋਕੇਸ਼ਨਲ ਐਜੂਕੇਸ਼ਨ, ਅੱਜ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ। ਮੰਨ ਲਓ ਕਿ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਹੈ। ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਨਾਲ ਅੱਜ ਬਹੁਤ ਸਾਰੇ ਹਿੱਸੇ ਜੁੜ ਗਏ, ਬਹੁਤ ਸਾਰੇ। ਅੱਜ ਕੱਲ੍ਹ ਇਹ ਕੱਲਾ ਰਿਪੋਰਟਿੰਗ ਨਹੀਂ ਹੈ, ਪੱਤਰਕਾਰਿਤਾ ਨਹੀਂ ਹੈ, ਜਰਨਲਿਜ਼ਮ ਦੇ ਨਾਲ ਅੱਜ ਕਿੰਨੇ ਹਿੱਸੇ ਜੁੜ ਗਏ। ਫਿਲਮ ਐਡੀਟਿੰਗ, ਤੁਸੀਂ ਉਹਦੀ ਕੱਲੀ ਰਿਪੋਰਟਿੰਗ, ਫਿਰ ਤੁਸੀਂ ਕੈਮਰਾ, ਦੇਰ ਆਰ ਸੋ ਮੈਨੀ ਥਿੰਗਸ। ਹਰ ਕੋਰਸ ਦੇ ਵਿੱਚ
छोटे छोटे हिस्से डिस्ट्रीब्यूट होंगे। अज जमाना है स्पैशलाइजेशन का, अज जमाना है स्पैशलाइजेशन का कि तुसी अपनी पूरी स्पैशलाइजेशन जिहड़ी है उन्होंने हासिल करो। जे तुसी स्पैशलाइजेशन हासिल नहीं कर सकते तो तुसी किते नहीं अज जॉब तुहानूं नहीं मिलेगी। तुसी देखो कि इस वेले मैं एक इंडस्ट्री दे विच गया, मेरे नाल एक होर मेरे प्रोफैसर मित्र सी, ते जदों असीं इंडस्ट्री दे विच गए ਤਾਂ ਉਹਨਾਂ ਨੇ ਅਸੀਂ ਉਹਨਾਂ ਨੂੰ मैं ਕਿਹਾ जी साडा एक दो इंजीनियर्स है, ਤੁਸੀਂ ਉਹਨਾਂ ਨੂੰ ਪਲੇਸਮੈਂਟ ਦੇ ਦਿਓ, ਤੁਸੀਂ ਉਹਨਾਂ ਨੂੰ ਜੌਬ ਦੇ ਦਿਓ। ਉਹਨਾਂ ਨੂੰ ਮੈਂ ਇਹ ਕਿਹਾ, ਉਹ ਕਹਿੰਦੇ ਜੀ ਸਾਡੇ ਕੋਲੇ ਜੌਬਸ ਬਹੁਤ ਹੈ, ਅਸੀਂ ਜੌਬ ਦੇ ਦਾਂਗੇ। ਇੰਡਸਟਰੀ ਬੜੀ ਵੱਡੀ ਇੰਡਸਟਰੀ ਸੀ, ਲੁਧਿਆਣੇ ਦੀ ਇੰਡਸਟਰੀ ਸੀ, ਕਹਿੰਦੇ ਜੌਬ ਦੇ ਦਾਂਗੇ। ਪਰ ਗੱਲ ਇਹ ਆ ਵੀ ਤੁਸੀਂ ਸਾਨੂੰ ਬੰਦਾ ਰੱਖਣ ਦੀ ਸਿਫਾਰਿਸ਼ ਨਹੀਂ ਕਰਨੀ, ਤੁਸੀਂ ਇੰਟਰਵਿਊ 'ਚ ਸਿਫਾਰਿਸ਼ ਕਰ ਦਿਓ, ਬੰਦਾ ਅਸੀਂ ਆਪਦੇ ਹਿਸਾਬ ਨਾਲ ਰੱਖਾਂਗੇ, ਜੇ ਬੰਦਾ ਸਾਡੇ ਫਿੱਟ ਹੋਇਆ ਤਾਂ ਅਸੀਂ ਰੱਖਾਂਗੇ ਲੜਕਾ। ਮੈਂ ਕਿਹਾ ਜੀ ਠੀਕ ਹੈ, ਕਿਉਂਕਿ ਉਹਨਾਂ ਨੇ ਮੈਨੂੰ ਕੀ ਕਿਹਾ, ਕਹਿੰਦੇ ਇਸ ਵੇਲੇ ਸਿਚੁਏਸ਼ਨ ਕੀ ਹੈ, ਇੰਪਲਾਇਮੈਂਟ ਅਨਇੰਪਲਾਇਮੈਂਟ ਸਿਚੁਏਸ਼ਨ ਹੈ। ਇੰਪਲਾਇਮੈਂਟ ਅਨਇੰਪਲਾਇਮੈਂਟ ਸਿਚੁਏਸ਼ਨ ਦਾ ਕੀ ਮਤਲਬ ਹੈ ਕਿ ਬੱਚੇ ਕਹਿ ਰਹੇ ਸਾਡੇ ਕੋਲ ਨੌਕਰੀ ਨਹੀਂ, ਸਟੂਡੈਂਟਸ ਕਹਿ ਰਹੇ ਸਾਡੇ ਕੋਲ ਨੌਕਰੀ ਨਹੀਂ, ਇੰਡਸਟਰੀ ਕੀ ਕਹਿ ਰਹੀ ਹੈ ਕਿ ਸਾਨੂੰ ਚੰਗਾ ਬੰਦਾ ਨਹੀਂ ਮਿਲਦਾ, ਸਾਨੂੰ ਅੱਛਾ ਕੈਂਡੀਡੇਟ ਨਹੀਂ ਮਿਲਦਾ, ਸਾਨੂੰ ਅੱਛਾ ਸਟੂਡੈਂਟ ਨਹੀਂ ਮਿਲਦਾ। ਇਹਦਾ ਮਤਲਬ ਕੀ ਹੈ ਕਿ ਸਕਿੱਲ ਗੈਪ ਹੈ ਨਾ, ਕਿਤੇ ਸਕਿੱਲ ਗੈਪ ਜਿਹੜੀ ਅਸੀਂ ਕਾਲਜਿਸ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਾਈ ਕਰਦੇ ਆ ਬੇਟਾ, ਇਹਦੇ ਦੌਰਾਨ ਪ੍ਰੈਕਟੀਕਲ ਓਰੀਐਂਟੇਸ਼ਨ ਕਰੋ। ਪ੍ਰੈਕਟੀਕਲ ਓਰੀਐਂਟੇਸ਼ਨ, ਮੰਨ ਲਓ ਤੁਸੀਂ ਇੱਕ ਅੱਛੇ ਵੈਲਡਰ ਹੋ, ਤੁਸੀਂ ਦੇਖੋ ਕਿੰਨਾ ਸਕੋਪ ਹੈ ਅੱਛੀ ਵੈਲਡਿੰਗ ਦੀ, 에ਅਰ ਕੰਡੀਸ਼ਨਿੰਗ ਐਂਡ ਰੈਫਰੀਜਰੇਸ਼ਨ, ਟੂਲ ਐਂਡ ਡਾਈ, देयर आर थाउजेंड्स ऑफ कोर्सेज। ਤੁਸੀਂ ਹੈਰਾਨ ਹੋਵੋਗੇ ਕਿ ਅੱਜ ਦੀ ਡੇਟ ਦੇ ਵਿੱਚ ਘੱਟੋ ਘੱਟ 3-4 ਹਜ਼ਾਰ ਕੋਰਸ ਇਸ ਤਰ੍ਹਾਂ ਦਾ ਹੈ ਜਿਨ੍ਹਾਂ ਦੀ ਡਿਮਾਂਡ ਹੈ। ਮੰਨ ਲਓ ਦੇਖੋ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ, ਮੈਂ ਇੱਕ ਸਟੂਡੈਂਟ, ਇੱਕ ਲੜਕੀ ਹੈ, ਗਰਲ ਸਟੂਡੈਂਟ ਹੈ, ਮੈਂ ਉਹਨੂੰ ਜਾਣਦਾ, ਉਹਨੇ ਇੱਥੋਂ ਇੰਜੀਨੀਅਰਿੰਗ ਕੀਤੀ, ਉਸ ਤੋਂ ਬਾਅਦ ਉਹ ਕਿਸੇ ਪ੍ਰੋਫੈਸਰ ਨੇ ਕਹਿਤਾ ਵੀ ਬੇਟਾ ਤੂੰ ਐ ਕਰ ਬਾਇਓਟੈਕਨੋਲੋਜੀ ਕਰ ਲਾ, ਬਾਇਓਟੈਕਨੋਲੋਜੀ ਕਰ ਲਾ। ਉਹ ਲੜਕੀ ਬਾਇਓਟੈਕਨੋਲੋਜੀ ਦਾ ਕੋਰਸ ਲੈ ਕੇ ਆਸਟ੍ਰੇਲੀਆ ਚਲੀ ਗਈ। ਹੁਣ ਉਹ ਕੀ ਹੈ ਕਿ ਬਾਇਓਟੈਕਨੋਲੋਜੀ ਦਾ ਜਿਹੜਾ ਕੋਰਸ ਹੈ ਉੱਥੇ ਸਕਿੱਲ ਆਕੂਪੇਸ਼ਨ ਲਿਸਟ ਹੈ, ਜਦੋਂ ਪਰਮਾਨੈਂਟ ਰੈਜ਼ੀਡੈਂਸੀ ਮਿਲਣੀ ਹੈ ਤਾਂ ਸਕਿੱਲ ਆਕੂਪੇਸ਼ਨ ਲਿਸਟ ਹੈ। ਸਕਿੱਲ ਆਕੂਪੇਸ਼ਨ ਲਿਸਟ ਦੇ ਵਿੱਚ ਬਾਇਓਟੈਕਨੋਲੋਜੀ ਦਾ ਕੋਰਸ ਹੈ ਨਹੀਂ। ਜਦੋਂ ਸਕਿੱਲ ਆਕੂਪੇਸ਼ਨ ਜਿਹੜੀ ਹੈ ਉਹਦੇ ਵਿੱਚ ਬਾਇਓਟੈਕਨੋਲੋਜੀ ਦਾ ਕੋਰਸ ਹੈ ਨਹੀਂ ਤਾਂ ਉਹਨੂੰ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਮਿਲ ਸਕਦੀ, ਉਹਨੂੰ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਮਿਲੇਗੀ। ਤਾਂ ਉਹਨੂੰ ਫਿਰ ਕੀ ਹੈ, ਇੱਕ ਹੋਰ ਕੋਰਸ ਕਰਨਾ ਪਏਗਾ, ਐਕਸਟਰਾ ਕੋਰਸ ਕਰਨਾ ਪਏਗਾ, ਉਹਨੂੰ ਆਪਦੇ ਨੰਬਰ ਪੂਰੇ ਕਰਨੇ ਪੈਣਗੇ। ਤੁਸੀਂ ਇਸ ਵੇਲੇ ਤੁਸੀਂ ਦੇਖੋ ਜਿੰਨੇ ਐਡਵਾਂਸਡ ਕੰਟਰੀਜ਼ ਹੈ, ਚਾਹੇ ਇੰਡੀਆ ਤਾਂ ਇੱਕ ਯੰਗ ਕੰਟਰੀ ਹੈ, ਇੰਡੀਆ ਯੰਗ ਕੰਟਰੀ ਹੈ, ਪਰ ਹੌਲੀ ਹੌਲੀ ਇਹਦੀ ਪਾਪੂਲੇਸ਼ਨ ਵੀ ओल्ड एज ਵੱਲ ਜਾ ਰਹੀ ਹੈ। ਅੱਜ ਯੰਗ ਹੈ, ਅੱਜ ਸਾਡੇ ਕੋਲ ਬਹੁਤ ਅਪਰਚੁਨਿਟੀਜ਼ ਹੈ, ਅੱਜ ਸਾਡੇ ਕੋਲ ਬਹੁਤ ਮੌਕੇ ਹੈ। ਪਰ ਜਿਹੜੇ ਕੈਨੇਡਾ ਹੈ, ਆਸਟ੍ਰੇਲੀਆ ਹੈ, ਯੂਕੇ ਹੈ, ਇੱਥੇ ਜਿਹੜੀ 올ਡ ਏਜ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ। 올ਡ ਏਜ ਦੀ ਸਾਡੇ ਤਾਂ ਇੱਥੇ 25 ਤੋਂ 30% ਜਿਹੜੇ ਹੈ, ਤੁਸੀਂ ਦੇਖੋ 35% ਲੋਕ ਹੈ, ਜਿਹੜੇ 40% ਲੋਕ ਹੈ ਸਾਡੇ 35 ਸਾਲ ਦੀ ਰੇਂਜ ਦੇ ਆਸ-ਪਾਸ ਹੈ। ਕੈਨੇਡਾ ਦੀ ਪਾਪੂਲੇਸ਼ਨ ਦੇ ਵਿੱਚ ਜਿੰਨੀ ਪਾਪੂਲੇਸ਼ਨ ਹੈ ਉਹਨਾਂ ਦੇ 30% ਲੋਕ ਹੈ ਜਿਹੜੇ ਉਹ 60 ਸਾਲ ਤੋਂ ਜ਼ਿਆਦਾ ਹੈ, 60 ਸਾਲ ਤੋਂ ਜ਼ਿਆਦਾ ਹੈ। ਇਹਦਾ ਮਤਲਬ ਕੀ ਹੈ, ਉੱਥੇ ਨਰਸਿੰਗ ਦੀ ਡਿਮਾਂਡ ਵੀ ਰਹੇਗੀ, ਉੱਥੇ ਨੈਨੀ ਦੀ ਡਿਮਾਂਡ ਵੀ ਰਹੇਗੀ, ਉੱਥੇ ਸੋਸ਼ਲ ਵਰਕਰ ਦੀ ਡਿਮਾਂਡ ਵੀ ਰਹੇਗੀ, ਉੱਥੇ ਏਜ ਜਿਹੜੇ 올ਡ ਕੇਅਰ ਹੋਮ ਹੈ ਉਹਨਾਂ ਦੀ ਵੀ ਡਿਮਾਂਡ ਰਹੇਗੀ। ਇਸ ਕਰਕੇ ਇੱਕ ਪ੍ਰੋਫੈਸ਼ਨ ਦੇ ਵਿੱਚ ਕਿੰਨੇ ਹਿੱਸੇ ਬਣ ਗਏ। ਹਾਂ ਮੰਨ ਲਓ ਕਿ ਤੁਹਾਨੂੰ ਇੱਕ ਅੱਛਾ ਜਿਵੇਂ ਇੰਸ਼ੋਰੈਂਸ ਹੈ, ਬੈਂਕਿੰਗ ਹੈ, ਉੱਥੇ ਉਹਨਾਂ ਨੂੰ ਇੰਸ਼ੋਰੈਂਸ ਦੇ ਵਿੱਚ ਵੀ ਉਹਨਾਂ ਨੂੰ ਇਹਨਾਂ ਬੜੀ ਡਿਮਾਂਡ ਹੈ। ਇਸ ਕਰਕੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਕੋਰਸ ਹੈ, ਯੂਨੀਵਰਸਿਟੀ ਜਿਹੜੀ ਹੈ ਉਹ ਚੂਜ਼ ਕਰੋ। ਇੱਕ ਤਾਂ ਮੈਂ ਇਹ ਚਾਹੁੰਦਾ ਕਿ ਜਦੋਂ ਤੁਸੀਂ ਇੰਡੀਆ ਦੇ ਵਿੱਚ ਵੀ ਤੁਸੀਂ ਕੋਰਸ ਚੂਜ਼ ਕਰਦੇ ਹੋ, ਤੁਸੀਂ ਆਪਣਾ ਪ੍ਰੋਫੈਸ਼ਨਲ ਕੋਰਸ ਚੂਜ਼ ਕਰੋ, ਵੋਕੇਸ਼ਨਲ ਕੋਰਸ ਚੂਜ਼ ਕਰੋ। ਔਰ ਈਵਨ ਕਿ ਜੇ ਤੁਸੀਂ ਵੋਕੇਸ਼ਨਲ ਕੋਰਸ ਨਹੀਂ ਵੀ ਚੂਜ਼ ਕਰ ਰਹੇ ਨਾ, ਵੋਕੇਸ਼ਨਲ ਕੋਰਸ ਜਿਹੜਾ ਵੀ ਕੋਰਸ ਤੁਸੀਂ ਟ੍ਰੈਡੀਸ਼ਨਲ ਕੋਰਸ ਕਰ ਰਹੇ ਹੋ, ਟ੍ਰੈਡੀਸ਼ਨਲ ਕੋਰਸ ਦੇ ਵਿੱਚ ਹੀ ਤੁਸੀਂ ਸਕਿੱਲ ਹਾਸਲ ਕਰੋ। ਮੰਨ ਲਓ ਮੈਂ ਤੁਹਾਨੂੰ ਜਿਵੇਂ ਮੈਂ ਕਹਿ ਰਿਹਾ ਪੰਜਾਬੀ ਦੀ ਟਾਈਪਿੰਗ, ਕੈਨ ਯੂ ਡੂ ਏ ਗੁੱਡ ਪੰਜਾਬੀ ਟਾਈਪਿੰਗ? देयर आर सो मैनी स्कोप्स फॉर पंजाबी टाइपिंग। हिंदी टाइपिंग ਦਾ ਸਾਨੂੰ ਬੰਦਾ ਨਹੀਂ ਮਿਲਦਾ। ਹਿੰਦੀ ਟਾਈਪਿੰਗ ਕਰਨੀ ਹੋਵੇ ਨਾ, ਅਸੀਂ ਗੂਗਲ ਟਰਾਂਸਲੇਸ਼ਨ ਤੇ ਜਾ ਕੇ ਹਿੰਮਤ ਕਰਦੇ ਹਾਂ ਵੀ ਗੂਗਲ ਟਰਾਂਸਲੇਸ਼ਨ ਤੇ ਜਾ ਕੇ ਕਰੀਏ। ਤੇ ਤੁਸੀਂ ਹਿੰਦੀ ਟਰਾਂਸਲੇਸ਼ਨ ਸਿੱਖੋ, ਹਿੰਦੀ ਟਾਈਪਿੰਗ ਸਿੱਖੋ, ਯੂ ਸ਼ੁੱਡ ਬੀ ਗੁੱਡ। ਤੁਸੀਂ ਦੇਖੋ ਅਸੀਂ ਪੰਜਾਬ 'ਚ ਰਹਿੰਦੇ ਹਾਂ, ਅਸੀਂ ਤਾਂ ਬੜੇ ਲੱਕੀ ਹੈ ਕਿ ਸਾਨੂੰ 3 ਭਾਸ਼ਾਵਾਂ ਤੇ ਬੜਾ ਕੰਟਰੋਲ ਹੋ ਜਾਂਦਾ। ਸਾਡਾ ਪੰਜਾਬੀ ਸਾਡੀ ਮਾਤਰ ਭਾਸ਼ਾ, ਹਿੰਦੀ ਤੇ ਇੰਗਲਿਸ਼, ਸਾਡਾ ਜੋ 3 ਭਾਸ਼ਾਵਾਂ ਤੇ ਕੰਟਰੋਲ ਹੈ। ਤੁਸੀਂ 3 ਭਾਸ਼ਾਵਾਂ ਦੇ ਵਿੱਚ ਵੀ ਜੇ ਟਾਈਪਿੰਗ ਸਿੱਖ ਲਓ ਨਾ, ਤੁਹਾਨੂੰ ਰੋਜ਼ ਦਾ ਸ਼ਾਮ ਨੂੰ 1000 ਰੁਪਇਆ ਤੇ ਇੰਡੀਆ 'ਚ ਬੈਠੇ ਬਣ ਜਾ ਕਰੇਗਾ। ਬਟ ਪ੍ਰੋਵਾਈਡਡ, ਸ਼ਰਤ ਮੇਰੀ ਇਹ ਹੈ ਕਿ ਤੁਹਾਨੂੰ ਸਕਿੱਲ ਹੋਣੀ ਚਾਹੀਦੀ ਹੈ। ਸਕਿੱਲ
ਇਹ ਨਹੀਂ ਕਿ ਜੇ ਟਾਈਪਿੰਗ ਮੰਨ ਲਓ ਤੁਸੀਂ ਕਰਕੇ ਦਿੱਤੀ ਤੇ ਮੈਂ ਉਹਦੇ ਦੇਖਾਂ ਉਹਦੇ 10 ਗਲਤੀਆਂ, ਨਹੀਂ। ਮੈਂ ਤੁਹਾਨੂੰ ਕਿੰਨੀਆਂ ਐਗਜ਼ਾਮਪਲ ਇਸ ਤਰ੍ਹਾਂ ਦੇ ਰਿਹਾ ਕਿ ਵੀ ਜਿਵੇਂ ਅਸੀਂ ਮੇਰੇ ਨਾਲ ਇੱਕ ਪ੍ਰੋਫੈਸਰ ਮਿੱਤਰ ਸੀ, ਜਦੋਂ ਅਸੀਂ ਇੰਡਸਟਰੀਜ਼ ਗਏ ਉਹਨਾਂ ਨੇ ਕਿਹਾ ਜੀ ਵੀ ਤੁਸੀਂ ਸਾਨੂੰ ਦਿਓ ਲੜਕਾ, ਅਸੀਂ ਰੱਖਾਂਗੇ ਉਹਨੂੰ, ਪਰ ਪ੍ਰੋਵਾਈਡਡ ਉਹਨੂੰ ਨੌਲੇਜ ਹੋਣੀ ਚਾਹੀਦੀ ਹੈ। ਹੁਣ ਗੱਲ ਇਹ ਅੱਜ ਦੀ ਡੇਟ ਦੇ ਵਿੱਚ ਜਿਹੜੇ ਅਸੀਂ ਇੰਡਸਟਰੀਆਂ, ਅਸੀਂ ਲੱਖਾਂ ਇੰਜੀਨੀਅਰ ਪ੍ਰੋਡਿਊਸ ਕਰ ਰਹੇ ਹਾਂ, ਬਟ ਵੀ ਆਰ ਪ੍ਰੋਡਿਊਸਿੰਗ ਇੰਜੀਨੀਅਰਸ, ਆਈ ਐਮ ਸੌਰੀ ਟੂ ਸੇ, ਵਿਦਾਊਟ ਸਕਿੱਲ ਨਹੀਂ ਆ ਉਹਨਾਂ ਦੀ। ਇੱਕ ਮੇਰੇ ਕੋਲ ਮੈਨੂੰ ਯਾਦ ਹੈ ਬੜੇ ਸਾਲ ਪਹਿਲਾਂ ਇੱਕ ਲੜਕਾ ਆਇਆ ਤੇ ਕਹਿੰਦਾ ਜੀ ਮੈਨੂੰ ਜੌਬ ਦਵਾ ਦਿਓ, ਬੀਟੈਕ ਸੀ, ਤੇ ਮੈਂ ਕਿਹਾ ਬੇਟਾ ਤੂੰ ਕੀ ਅੱਛਾ ਪੜ੍ਹਾ ਸਕਦਾ ਹੈ? ਹੀ ਵਾਜ਼ ਐਮਟੈਕ ਦੀ। ਮੈਂ ਕਿਹਾ ਤੂੰ ਕੀ ਅੱਛਾ ਪੜ੍ਹਾ ਸਕਦਾ? ਉਹ ਇਲੈਕਟ੍ਰੋਨਿਕਸ ਦਾ ਸਟੂਡੈਂਟ ਸੀ। ਮੈਨੂੰ ਕਹਿੰਦਾ ਵੀ ਮੈਂ ਡਿਜੀਟਲ ਇਲੈਕਟ੍ਰੋਨਿਕਸ ਜਿਹੜਾ ਹੈ ਬੜਾ ਅੱਛਾ ਪੜ੍ਹਾ ਸਕਦਾ। ਮੈਂ ਕਿਸੇ ਯੂਨੀਵਰਸਿਟੀ ਨਾਲ ਗੱਲ ਕੀਤੀ, ਮੈਂ ਕਿਹਾ ਜੀ ਇੱਕ ਬੱਚਾ ਮੇਰੇ ਕੋਲ ਸਟੂਡੈਂਟ ਹੈ, ਉਹ ਡਿਜੀਟਲ ਇਲੈਕਟ੍ਰੋਨਿਕਸ ਬੜੀ ਅੱਛੀ ਪੜ੍ਹਾ ਸਕਦਾ, ਤੁਸੀਂ ਉਹਨੂੰ ਅਪਰਚੁਨਿਟੀ ਦਿਓ ਐਜ਼ ਅਸਿਸਟੈਂਟ ਪ੍ਰੋਫੈਸਰ। ਉਹ ਮੈਨੂੰ ਕਹਿੰਦੇ ਜੈਨ ਸਾਹਿਬ ਜ਼ਰੂਰ ਦੇਵਾਂਗੇ ਅਪਰਚੁਨਿਟੀ, ਅਸੀਂ ਉਹਦੀ ਇੰਟਰਵਿਊ ਕੰਡਕਟ ਕਰ ਲੈਂਦੇ ਹਾਂ। ਅਸੀਂ ਇੰਟਰਵਿਊ ਦੀ ਡੇਟ ਫਿਕਸ ਕਰਤੀ। ਜਦੋਂ ਇੰਟਰਵਿਊ ਦੀ ਡੇਟ ਫਿਕਸ ਕਰਤੀ, ਬੱਚਾ ਮੇਰੇ ਕੋਲ ਆਇਆ, ਸਟੂਡੈਂਟ ਆਇਆ ਕਿ ਸਰ ਮੈਂ ਹਾਲੇ ਪੂਰਾ ਕੌਨਫੀਡੈਂਟ ਨਹੀਂ ਹੈ, ਮੈਨੂੰ ਥੋੜਾ ਜਿਹਾ ਹੋਰ ਟਾਈਮ ਦਿਓ, ਮੈਨੂੰ ਥੋੜਾ ਜਿਹਾ ਹੋਰ ਟਾਈਮ ਦਿਓ। ਮੈਂ ਓਕੇ, ਉਹਨੂੰ ਮੈਂ ਥੋੜਾ ਜਿਹਾ, ਮੈਂ ਕਿਹਾ ਕਿੰਨੇ ਦਿਨ ਦਾ ਤੈਨੂੰ ਟਾਈਮ ਚਾਹੀਦਾ? ਕਹਿੰਦਾ ਜੀ 1 ਹਫ਼ਤੇ ਦਾ ਹੋਰ ਟਾਈਮ ਚਾਹੀਦਾ। ਮੈਂ ਕਿਹਾ ਠੀਕ ਹੈ ਬੇਟਾ, 1 ਹਫ਼ਤੇ ਬਾਅਦ ਆ ਜੀ। ਮੈਂ ਯੂਨੀਵਰਸਿਟੀ ਨਾਲ ਵੀ ਗੱਲ ਕੀਤੀ, ਮੈਂ ਕਿਹਾ ਜੀ ਸਾਡਾ ਹਾਲੇ ਜਿਹੜਾ ਸਟੂਡੈਂਟ ਆ ਹਾਲੇ ਕੌਨਫੀਡੈਂਟ ਨਹੀਂ ਹੈ, 1 ਹਫ਼ਤੇ ਤੱਕ ਆਏਗਾ, ਤੁਸੀਂ 1 ਹਫ਼ਤੇ ਤੱਕ ਇੰਟਰਵਿਊ ਲੈ ਲੈਣਾ। ਉਹ ਕਹਿੰਦੇ ਜੀ ਠੀਕ ਹੈ 1 ਹਫ਼ਤੇ ਤੱਕ ਕਰ ਲਾਂਗੇ। ਪਰ ਗੱਲ ਇਹ ਬੁੱਕ ਦੀ ਗੱਲ ਇਹ ਹੈ ਕਿ ਉਹ ਹਫ਼ਤੇ ਬਾਅਦ ਆਇਆ, ਕਹਿੰਦਾ ਜੀ ਮੇਰਾ ਵੱਸ ਦਾ ਰੋਗ ਨਹੀਂ, ਮੈਂ ਇਹ ਸਬਜੈਕਟ ਤੇ ਮੁਹਾਰਤ ਨਹੀਂ। ਮੈਂ ਕਿਹਾ ਬੇਟਾ ਤੂੰ ਆਪ ਤਾਂ ਕਿਹਾ ਸੀ ਕਿ ਮੇਰੀ ਇਹ ਸਬਜੈਕਟ ਤੇ ਮੁਹਾਰਤ ਹੈ। ਕਹਿੰਦੇ ਜੀ ਮੁਹਾਰਤ ਹੈ ਪਰ ਮੈਂ ਨਹੀਂ ਇਹ ਕਰ ਸਕਦਾ, ਕਹਿੰਦੇ ਮੇਰੀ ਇੰਨੀ ਨੌਲੇਜ ਨਹੀਂ ਹੈ। ਇਹਦਾ ਕੀ ਮਤਲਬ ਹੈ? ਜਿਹੜਾ ਫਾਰਮੂਲਾ ਮੈਂ ਦੱਸਿਆ ਤੁਹਾਨੂੰ, ASA ਫਾਰਮੂਲਾ, ਨੌਲੇਜ, ਸਕਿੱਲ, ਐਟੀਟਿਊਡ। ਹੁਣ ਮੰਨ ਲਓ ਨੌਲੇਜ ਔਰ ਸਕਿੱਲ ਹੈ ਪਰ ਤੁਹਾਡਾ ਐਟੀਟਿਊਡ ਨਹੀਂ ਹੈ। ਐਟੀਟਿਊਡ ਕੀ ਹੈ ਕਿ ਬੱਚੇ, ਟੀਚਰ ਦਾ ਕੰਮ ਪ੍ਰੋਫੈਸ਼ਨ ਕੋਈ ਸੌਖਾ ਪ੍ਰੋਫੈਸ਼ਨ ਨਹੀਂ ਹੈ। ਟੀਚਰ ਦਾ ਪ੍ਰੋਫੈਸ਼ਨ ਬੜਾ ਮੁਸ਼ਕਿਲ ਪ੍ਰੋਫੈਸ਼ਨ ਹੈ। ਹੁਣ ਮੰਨ ਲਓ ਕਿ ਟੀਚਰ ਨੇ ਕਲਾਸ ਦੇ ਵਿੱਚ ਜਾ ਕੇ ਕਮਿਊਨੀਕੇਸ਼ਨ ਸਕਿੱਲ ਹੀ ਉਹਦੀ ਬੜੀ ਵੀਕ ਹੈ, ਹਿਸ ਕਮਿਊਨੀਕੇਸ਼ਨ ਸਕਿੱਲ ਇਜ਼ ਵੈਰੀ ਵੀਕ, ਹੀ ਵਿਲ ਨਾਟ ਬੀ ਅ ਗੁੱਡ ਟੀਚਰ, he cannot be a good teacher। ਇਸ ਕਰਕੇ ਜਿਹੜੀ ਕਮਿਊਨੀਕੇਸ਼ਨ ਸਕਿੱਲ ਹੈ ਜਿਹੜੀ ਤੁਸੀਂ ਇਹ ਆਪਣੀ ਅੱਛੀ ਰੱਖੋ। ਦੇਖੋ ਮੈਂ ਤੁਹਾਨੂੰ ਫੇਰ ਕਹਿ ਰਿਹਾ, ਮੁੱਕਦੀ ਗੱਲ ਕਿ ਪੈਸਾ ਕਮਾਉਣਾ ਇਸ ਦੁਨੀਆ ਦੇ ਵਿੱਚ ਬੜਾ ਸੌਖਾ ਹੈ। ਪੈਸਾ ਕਮਾਉਣਾ ਬੜਾ ਸੌਖਾ ਹੈ, ਪੈਸਾ ਕਮਾਉਣਾ ਕੋਈ ਔਖਾ ਨਹੀਂ ਹੈ। ਪਰ ਗੱਲ ਇਹ ਹੈ ਕਿ ਤੁਹਾਡੇ ਕੋਲੇ ਸਕਿੱਲ ਕਿੰਨੀ ਕੁ ਹੈ, ਤੁਹਾਡੇ ਕੋਲੇ ਹੈ ਕੀ ਹੈ। ਪੈਸਾ, ਮੈਂ ਜਿਵੇਂ ਇੱਕ ਕਹਿੰਦਾ ਹੁੰਦਾ ਕਿ ਪੈਸਾ ਦਰਖਤਾਂ ਨਾਲ ਲੱਗਦਾ ਹੈ, ਪੈਸਾ ਦਰਖਤਾਂ ਨਾਲ ਬਸ ਤੋੜਨਾ ਹੀ ਹੈ। ਤੋੜਨ ਵਾਸਤੇ ਕੀ ਚਾਹੀਦਾ? ਤੁਹਾਡੇ ਕੋਲ ਸਕਿੱਲ ਚਾਹੀਦੀ ਹੈ ਕਿ ਤੁਹਾਨੂੰ ਆਂਦਾ ਕੀ ਹੈ। ਤੁਸੀਂ ਚਾਹੇ ਕੁਝ ਵੀ ਕਰੋ, ਅੱਛਾ ਕਰੋ। ਮੈਂ ਕਹਿੰਦਾ ਬਿਊਟੀ ਪਾਰਲਰ ਹੈ, ਸੈਲੂਨਿਸਟ ਹੈ, हेयर डिजाइनर्स है, हेयर स्टाइलिस्ट है, ਬੰਦੇ ਹੈ। ਮੈਂ ਕਈ ਵਾਰੀ ਬੜੇ ਸਾਲ ਪਹਿਲਾਂ ਦੀ ਗੱਲ ਹੈ ਕਿ ਜਿਹੜੀ ਸ਼ਿਵਾਜ਼ ਉਹਨੇ ਵਰਲਡ ਬਿਊਟੀ ਕੰਟੈਸਟ ਜਿੱਤਿਆ, ਵਰਲਡ ਬਿਊਟੀ ਕੰਟੈਸਟ। ਤੁਸੀਂ ਦੇਖੋ ਕਿ ਵਰਲਡ ਬਿਊਟੀ ਕੰਟੈਸਟ ਦੇ ਵਿੱਚ ਪੇਡ ਹਿਊਜ ਅਮਾਉਂਟ ਆਫ ਮਨੀ ਪੈਸਾ ਦਿੱਤਾ ਕਿ ਬਿਊਟੀ ਕੰਟੈਸਟ ਦੇ ਵਿੱਚ ਹਾਊ ਟੂ ਲਾਫ, ਹੱਸਣਾ ਕਿਵੇਂ। ਇਹ ਵੀ ਤਾਂ ਇੱਕ ਪ੍ਰੋਫੈਸ਼ਨ ਹੈ ਕਿ ਹਰ ਪ੍ਰੋਫੈਸ਼ਨ, ਕਸਮੈਟੋਲੋਜਿਸਟ, ਅੱਜ ਕੱਲ੍ਹ ਜਿਹੜਾ ਸਕਿਨ ਦਾ ਬੜਾ ਸਕੋਪ ਹੈ, ਪੈਡੀਕਿਉਰ ਦਾ ਕੰਮ ਹੈ, ਕਸਮੈਟੋਲੋਜਿਸਟ ਦਾ ਕੋਰਸ ਕਰ ਲਓ। ਸੋ ਦੇਰ ਆਰ ਥਾਊਜ਼ੈਂਡਸ ਆਫ ਕੋਰਸਿਸ ਵੇਅਰ ਯੂ ਕੈਨ ਪਾਰਟੀਸਪੇਟ, ਵੇਅਰ ਯੂ ਕੈਨ ਡੂ। ਤੁਸੀਂ ਜੁਆਇਨ ਕਰੋ ਉਹਨਾਂ ਨੂੰ, ਕੋਰਸਿਸ ਨੂੰ, ਔਰ ਜਿਹੜੇ ਕੋਰਸਿਸ ਹੈ ਉਹ ਕਰੋ। ਕੋਰਸਿਸ ਨੂੰ ਮੈਂ ਨਿਗੇਟ ਨਹੀਂ ਕਰ ਰਿਹਾ, ਟ੍ਰੈਡੀਸ਼ਨਲ ਕੋਰਸਿਸ ਕਰੋ, ਕਿਉਂਕਿ ਟ੍ਰੈਡੀਸ਼ਨਲ ਕੋਰਸਿਸ ਦੇ ਵਿੱਚ ਅਸੀਂ ਭੁੱਲ ਜਾਂਦੇ ਆ ਕਿ ਇਸ ਟ੍ਰੈਡੀਸ਼ਨਲ ਕੋਰਸਿਸ ਦੇ ਵਿੱਚ ਕਿਹੜੀਆਂ ਅਪਰਚੁਨਿਟੀਜ਼ ਹੈ। ਮੰਨ ਲਓ ਤੁਸੀਂ ਹਿਸਟਰੀ ਲਈ, ਹਿਸਟਰੀ ਦੇ ਵਿੱਚ ਵੀ ਆਰਕੀਓਲੋਜਿਸਟ ਕਰ ਸਕਦੇ ਹੋ। ਹਿਸਟਰੀ ਦੇ ਵਿੱਚ ਜੇ ਤੁਸੀਂ ਰਿਸਰਚ ਕਰੋਗੇ ਨਾ ਤੇ ਆਰਕੀਓਲੋਜਿਸਟ, ਪੁਰਾਤਨ ਵਿਗਿਆਨ ਦੇ ਵਿੱਚ ਚਲੇ ਜਾਓ ਕਿ ਤੁਸੀਂ ਕਿਵੇਂ ਹੋਇਆ। ਮੰਨ ਲਓ ਕਿ ਲਿਟਰੇਚਰ ਲੈ ਲਿਆ, ਲਿਟਰੇਚਰ ਦੇ ਵਿੱਚ ਬਹੁਤ ਸਕੋਪ ਹੈ, ਯੂ ਕੈਨ ਬੀ ਅ ਗੁੱਡ ਰਾਈਟਰ ਹੀ ਹੈ ਨਾ। ਮੈਂ ਤੁਹਾਨੂੰ ਦੱਸਦਾ, ਆਪਣੇ ਜਿਹੜੇ ਕਮੇਡੀ ਸ਼ੋਅ ਚੱਲਦੇ ਆ, ਕਪਿਲ ਸ਼ਰਮਾ ਵਾਲਾ ਸ਼ੋਅ ਚੱਲਦਾ ਪੰਜਾਬ ਜਿਹੜੇ ਸਟੂਡੈਂਟਸ ਹੈ, ਪੰਜਾਬ ਦੇ ਜਿਹੜੇ ਬੱਚੇ ਹੈ ਕੀ ਕਰਦੇ ਆ, ਬੜੇ ਅੱਛੇ ਸਿੰਗਰ ਹੈ, ਬੜੇ ਅੱਛੇ ਡਾਂਸਰ ਹੈ। ਡਾਂਸਿੰਗ ਦਾ ਕੰਮ ਕਰ ਲਓ, ਸਿੰਗਿੰਗ ਦਾ ਕੰਮ ਕਰ ਲਓ, ਕੋਈ ਕਮੇਡੀ ਸ਼ੋਅ ਸ਼ੁਰੂ ਕਰ ਦਿਓ। ਪਰ ਮੈਂ ਮਾਈ ਡੀਅਰ ਸਟੂਡੈਂਟਸ, ਕੋਈ ਵੀ ਕੰਮ ਜਿਹੜਾ ਹੈ, ਕੋਈ ਵੀ ਕੰਮ ਬਿਨਾਂ ਪੈਸੇ ਤੋਂ ਨਾ ਕਰੋ। ਕੋਈ ਵੀ ਕੰਮ, ਹਰ ਕੰਮ ਦੇ ਪੈਸੇ ਚਾਰਜ ਕਰੋ, ਹਰ ਕੰਮ ਦੇ ਪੈਸੇ। ਲਿਹਾਜ਼ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਕੋਈ ਕਿਸੇ ਨਾਲ, ਕਿਉਂਕਿ ਤੁਹਾਡੀ ਸਕਿੱਲ ਹੈ,
ਉਹਦੇ 'ਚ ਪੈਸਾ ਚਾਰਜ ਕਰੋ, ਬਸ ਇੰਨਾ ਹੈ, ਇੱਕ ਰੀਜ਼ਨੇਬਲ ਪੈਸਾ ਲੈ ਲਓ ਕਿ ਜੀ ਇਹ ਮੇਰੀ ਇੰਨਾ ਤਾਂ ਮੈਂ ਪੈਸਾ ਲਊਂਗਾ। ਕਿਸੇ ਨਾਲ ਕੋਈ, ਦੇਖੋ ਮੈਂ ਬੜੀ ਇੱਕ ਹਾਰਡ ਗੱਲ ਕਰ ਰਿਹਾ, ਕਿਸੇ ਨਾਲ ਕੋਈ ਲਿਹਾਜ਼ 'ਚ ਕੰਮ ਨਾ ਕਰੋ, ਚਾਰਜ ਮਨੀ। ਤੁਹਾਡੀ ਸਕਿੱਲ ਇਨਵੋਲਵ ਹੈ ਬੇਟਾ, ਲਾਈਵਲੀਹੁੱਡ ਹੈ, ਤੁਹਾਡੀ ਲਾਈਵਲੀਹੁੱਡ ਹੈ। ਆਪਾਂ ਇਸ ਕੰਮ ਨੂੰ, ਜਿਹੜਾ ਵੀ ਕੰਮ ਤੁਸੀਂ ਅੱਜ ਚੂਜ਼ ਕਰਦੇ ਹੋ, ਅੱਜ ਐਜੂਕੇਸ਼ਨ ਨੂੰ ਪ੍ਰੋਫੈਸ਼ਨ ਬਣਾਉਣਾ ਹੈ, ਪ੍ਰੋਫੈਸ਼ਨ ਬਣਾਉਣਾ ਹੈ। ਅੱਛਾ ਮਕੈਨਿਕ, 에ਅਰ ਕੰਡੀਸ਼ਨ ਦਾ ਮੈਨੂੰ ਯਾਦ, 에ਅਰ ਕੰਡੀਸ਼ਨ ਮੇਰਾ ਘਰ ਦੀ ਸਰਵਿਸ ਵਾਸਤੇ, ਮੈਨੂੰ ਕਈ ਵਾਰੀ ਮਕੈਨਿਕ ਨਹੀਂ ਲੱਭਦੇ 에ਅਰ ਕੰਡੀਸ਼ਨ, ਫਿਰ ਮੈਂ ਇੱਧਰ ਉੱਧਰ ਫੋਨ ਕਰਦਾ ਕਿ ਯਾਰ ਮੇਰੇ 에ਅਰ ਕੰਡੀਸ਼ਨ ਖਰਾਬ ਹੈ, ਮੈਨੂੰ ਕੋਈ 2-3 ਕੋਈ ਮਕੈਨਿਕ ਹੀ ਦੱਸੋ, ਮਕੈਨਿਕ ਦਿਖਾਓ ਮੈਨੂੰ ਤੁਸੀਂ। ਤੇ ਇਸ ਕਰਕੇ ਮੈਂ ਹੁਣ ਤੁਹਾਨੂੰ ਕੀ ਕਿਹਾ, ਮੈਂ ਤੁਹਾਨੂੰ ਫਿਰ ਰਿਪੀਟ ਕਰਨੇ ਆ ਇਹ ਜਿਹੜੀਆਂ ਸਾਰੀਆਂ ਗੱਲਾਂ ਮੈਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ। ਪਹਿਲੀ ਗੱਲ ਕਿ ਤੁਸੀਂ ਆਪਣੀਆਂ ਸਟਰੈਂਥ ਨੂੰ ਪਹਿਚਾਨੋ, ਤੁਹਾਡੀਆਂ ਸਟਰੈਂਥ ਕੀ ਹੈ। ਜੇ ਤੁਸੀਂ ਅੱਛੇ ਕਮਿਊਨੀਕੇਟਰ ਨਹੀਂ ਹੋ, ਇਫ ਯੂ ਆਰ ਨਾਟ ਏ ਗੁੱਡ ਕਮਿਊਨੀਕੇਟਰ, ਜੇ ਤੁਹਾਡਾ ਉਸ ਤਰ੍ਹਾਂ ਦੀ ਇਨਕਲੀਨੇਸ਼ਨ ਨਹੀਂ ਹੈ, ਤਾਂ ਤੁਹਾਨੂੰ MBA ਕਰਨ ਦਾ ਕੋਈ ਬਾਹਲਾ ਫਾਇਦਾ ਨਹੀਂ ਹੋਏਗਾ। MBA ਕਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ। ਜੇ ਤੁਸੀਂ ਅੱਛੇ ਕਮਿਊਨੀਕੇਟਰ ਨਹੀਂ ਹੋ, ਬਟ ਤੁਸੀਂ ਟੈਕਨੀਕਲੀ ਬਹੁਤ ਅੱਛੇ ਹੋ, ਬਟ ਯੂ ਆਰ ਵੈਰੀ ਗੁੱਡ ਟੈਕਨੀਕਲੀ, ਦੈਨ ਤੁਸੀਂ ਇੰਜੀਨੀਅਰਿੰਗ ਪ੍ਰੋਫੈਸ਼ਨ ਦੇ ਵਿੱਚ ਹੀ ਅੱਗੇ ਚਲੇ ਜਾਓ। ਉਸ ਤੋਂ ਬਾਅਦ ਦੂਸਰਾ ਮੈਂ ਕੀ ਕਿਹਾ ਕਿ ਤੁਸੀਂ ਆਪਣੀ ਪਰਸਨੈਲਿਟੀ, ਤੁਸੀਂ ਆਪਣੀ ਜਿਹੜੀ ਹੈ ਉਹਨੂੰ ਆਪਣਾ ਮੇਜਰ ਕਰੋ। ਜਿਹੜੀ ਤੁਹਾਡੀ ਪਰਸਨੈਲਿਟੀ ਹੈ, ਤੁਹਾਡੇ ਆਪਣੇ ਟ੍ਰੇਟਸ ਕੀ ਹੈ। ਤੁਸੀਂ ਅੱਜ ਕਾਪੀ ਪੈਨ ਲਓ, ਤੁਸੀਂ ਆਪਣੀਆਂ ਸਟਰੈਂਥਸ ਲਿਖੋ। ਯੂ ਸ਼ੁੱਡ ਰਾਈਟ ਯੂਰ ਸਟਰੈਂਥ, ਕਿ ਤੁਹਾਡੀਆਂ ਆਪਣੀਆਂ ਸਟਰੈਂਥਸ ਕੀ ਹੈ, ਉਹਨੂੰ ਕਾਪੀ ਪੈਨ ਤੇ ਲੈ ਕੇ ਉਸ ਹਿਸਾਬ ਨਾਲ ਤੁਸੀਂ ਡਿਸੀਜ਼ਨ ਲਓ। ਦੇਖੋ ਜਿਹੜੀ ਲਾਈਫ ਹੈ ਨਾ, ਇਟ ਇਜ਼ ਆਲ ਅਬਾਊਟ ਡਿਸੀਜ਼ਨ ਮੇਕਿੰਗ। ਲਾਈਫ ਇਜ਼ ਆਲ ਅਬਾਊਟ ਡਿਸੀਜ਼ਨ ਮੇਕਿੰਗ, ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਫੈਸਲੇ ਲੈਣੇ। ਇੱਕ ਫੈਸਲਾ ਮੰਨ ਲਓ ਤੁਸੀਂ ਕੈਰੀਅਰ ਵਾਸਤੇ ਗਲਤ ਲੈ ਲਿਆ ਨਾ, ਮੰਨ ਲਓ ਤੁਸੀਂ ਕਹਿੰਦੇ ਆ ਵੀ ਇੱਕ ਪੇਰੈਂਟਸ ਕਹਿ ਰਹੇ ਆ, ਉਹ ਕਈ ਵਾਰੀ ਕੀ ਕਰਦੇ ਆ, ਪੇਰੈਂਟਸ ਆਪਣੇ ਸੁਪਨੇ ਨਾ ਬੱਚਿਆਂ ਤੇ ਥੋਪਦੇ ਆ, ਆਪਣੇ ਸੁਪਨੇ। ਮੰਨ ਲਓ ਕਿ ਪੇਰੈਂਟਸ ਨੇ ਕਹਿਤਾ ਬੇਟਾ ਤੂੰ ਡਾਕਟਰ ਬਣਨਾ ਹੈ, ਡਾਕਟਰ ਬਣਨਾ ਹੈ। ਬੱਚੇ ਦੇ ਮੰਨ ਲਓ ਕੋਈ ਨੰਬਰ ਜਿਹੜੇ ਆ ਘੱਟ ਹੈ, ਜਾਂ ਬੱਚੇ ਦਾ ਇੰਟੈਲੈਕਚੁਅਲ ਲੈਵਲ, ਬੌਧਿਕ ਲੈਵਲ ਇੰਨਾ ਨਹੀਂ ਹੈ, ਤੇ ਉਹਨੇ ਪ੍ਰੀ ਮੈਡੀਕਲ ਲੈ ਲਈ, ਬੱਚੇ ਨੇ ਕੋਚਿੰਗ ਵੀ ਲੈ ਲਈ, ਚੰਡੀਗੜ੍ਹ ਕੋਚਿੰਗ ਲੈਣ ਚਲਾ ਗਿਆ ਜਾਂ ਆਨਲਾਈਨ ਕੋਚਿੰਗ ਲੈ ਲਈ। ਮੰਨ ਲਓ ਬੱਚਾ, ਤੁਸੀਂ ਦੇਖੋ ਡਾਕਟਰ ਨਾ ਬਣ ਸਕਿਆ, ਡਾਕਟਰ ਦੇ ਬੱਚੇ ਦੇ ਸੁਪਨੇ ਟੁੱਟ ਗਏ, ਬੱਚੇ ਦੇ ਸੁਪਨੇ ਟੁੱਟ ਕੇ ਬੱਚਾ ਸ਼ੈਟਰ ਹੋ ਜਾਂਦਾ। ਬੱਚਾ ਸਾਈਕੋਲੋਜੀਕਲੀ, ਜਿਹੜਾ ਮਨੋਵਿਗਿਆਨਿਕ ਤੌਰ ਤੇ ਉਹਨੂੰ ਇਹ ਲੱਗੇਗਾ ਯਾਰ ਮੈਂ ਆਪਣੇ ਕੈਰੀਅਰ 'ਚ ਫੇਲ ਹੋ ਗਿਆ। ਤੁਸੀਂ ਦੇਖੋ ਕਿ ਆਪਣਾ ਪੈਸ਼ਨ ਕੀ ਹੈ। ਮੈਂ ਇਹ ਸਮਝਦਾ ਕਿ ਦੁਨੀਆ ਦਾ ਹਰ ਸਟੂਡੈਂਟ, ਉਹਦੇ 'ਚ ਇੱਕ ਯੂਨੀਕ ਐਬਿਲਿਟੀਜ਼ ਹੈ, ਉਹਦੇ 'ਚ ਕੈਪੇਬਿਲਿਟੀ ਹੈ ਯੂਨੀਕ। ਹੁਣ ਇੰਨੀਆਂ ਕੈਪੇਬਿਲਿਟੀਜ਼ ਹੈ ਕਿ ਜਿਹੜੇ ਕਿਸੇ ਹੋਰ ਬੱਚੇ ਦੇ ਵਿੱਚ ਨਹੀਂ। ਤੁਸੀਂ ਕੀ ਕਰਨਾ, ਸਿਰਫ ਉਸ ਕੈਪੇਬਿਲਿਟੀਜ਼ ਨੂੰ ਪਹਿਚਾਨਣਾ ਹੈ ਕਿ ਤੁਹਾਡੀ ਕਿਹੜੀ ਕੈਪੇਬਿਲਿਟੀਜ਼ ਹੈ। ਤੁਸੀਂ ਉਸ ਪ੍ਰੋਫੈਸ਼ਨ ਨੂੰ ਆਪਣਾ, ਕੈਪੇਬਿਲਿਟੀ ਨੂੰ ਆਪਣਾ ਪੈਸ਼ਨ ਬਣਾਓ। ਪੈਸ਼ਨ, ਹੁਣ ਮੰਨ ਲਓ ਕਿ ਮੈਂ ਟੀਚਰ ਹੈ, ਮੈਨੂੰ ਪਤਾ ਹੈ ਕਿ ਮੈਂ ਟੀਚਿੰਗ ਤੋਂ ਇਲਾਵਾ ਹੋਰ ਜਿਹੜੇ ਕਮਿਊਨੀਕੇਸ਼ਨ ਰਿਲੇਟਡ ਬਿਜ਼ਨਸ ਹੈ, ਕਮਿਊਨੀਕੇਸ਼ਨ ਰਿਲੇਟਡ, ਮੰਨ ਲਓ ਕਿ ਟੀਚਿੰਗ ਹੈ, ਲਾਅ ਪ੍ਰੋਫੈਸ਼ਨ ਹੈ, ਐਡਵੋਕੇਟ ਦਾ ਪ੍ਰੋਫੈਸ਼ਨ ਹੈ, ਮਿਹਨਤ ਵੀ ਹੈ, ਕਮਿਊਨੀਕੇਸ਼ਨ ਸਕਿੱਲ ਵੀ ਉਹਦੇ 'ਚ ਇਨਵੋਲਵ ਹੈ, ਕਾਉਂਸਲਿੰਗ ਹੈ, ਕਿਸੇ ਨੂੰ ਕਨਵਿੰਸ ਕਰਵਾਉਣਾ, ਆਈ ਕੈਨ ਡੂ ਦੈਟ। ਪਰ ਜੇ ਮੈਨੂੰ ਕੋਈ ਕਹੇ ਕਿ ਤੂੰ ਕੰਪਿਊਟਰ ਇੰਜੀਨੀਅਰ ਬਣ ਜਾ ਜਾਂ ਮੈਥਮੈਟਿਕਸ ਪੜ੍ਹ ਲਾ, ਆਈ ਕੈਨ ਨਾਟ ਡੂ ਦੈਟ। ਹੁਣ ਤੁਸੀਂ ਇਹ ਦੇਖੋ ਕਿ ਆਪਾਂ ਜੇ ਮਛਲੀਆਂ ਨੂੰ ਜਿੰਨੀ ਮਰਜ਼ੀ ਟ੍ਰੇਨਿੰਗ ਦੇ ਦਈਏ ਮਛਲੀਆਂ ਨੂੰ, ਤਾਂ ਉਹਨਾਂ ਨੂੰ ਆਪਾਂ ਕਹੀਏ ਲੋ ਵੀ ਉਹ ਤੁਹਾਨੂੰ ਪੂਰੀ ਟ੍ਰੇਨਿੰਗ ਦੇ ਦਿੱਤੀ ਦਰਖਤ ਤੇ ਚੜ੍ਹਨ ਦੀ, ਹੁਣ ਤੁਸੀਂ ਦਰਖਤ ਤੇ ਚੜ੍ਹੋ। ਮਛਲੀਆਂ ਦਰਖਤ ਤੇ ਚੜ੍ਹ ਸਕਦੀਆਂ? ਉਹ ਕਦੇ ਦਰਖਤ ਤੇ ਨਹੀਂ ਚੜ੍ਹ ਸਕਦੀਆਂ, ਕਿਉਂਕਿ ਉਹ ਬੇਸਿਕਲੀ ਇਨਬਿਲਟ ਕੀ ਹੈ, ਉਹਨਾਂ ਨੇ ਪਾਣੀ ਦੇ ਵਿੱਚ ਹੀ ਰਹਿਣਾ, ਉਹ ਸਵਿਮ ਹੀ ਕਰਨਗੀਆਂ। ਇਸ ਕਰਕੇ ਜੋ ਤੁਹਾਡੇ ਅੰਦਰ ਤੁਹਾਡੀ ਸਟਰੈਂਥ ਹੈ, ਜਿਹੜੀ ਤੁਹਾਡੇ ਅੰਦਰ ਕਾਬਲੀਅਤ ਹੈ, ਉਹਨੂੰ ਹੋਣ ਕਰੋ, ਉਹਨੂੰ ਵਧਾਓ। ਇੱਕ ਇਹ ਗੱਲ ਦੱਸੀ ਹੈ। ਇੱਕ ਮੈਂ ਤੁਹਾਨੂੰ ਇਹ ਗੱਲ ਕਿਹਾ ਕਿ ਇਸ ਦੁਨੀਆ ਦੇ ਵਿੱਚ ਕੋਈ ਪ੍ਰੋਫੈਸ਼ਨ ਵੱਡਾ ਨਹੀਂ, ਕੋਈ ਪ੍ਰੋਫੈਸ਼ਨ ਛੋਟਾ ਨਹੀਂ, ਸਾਰੇ ਪ੍ਰੋਫੈਸ਼ਨਸ ਦੀ ਇੱਜ਼ਤ ਜਿਹੜੀ ਹੈ ਉਹ ਰਿਸਪੈਕਟ ਹੈ। ਬਾਹਰ ਵੀ ਹੈ, ਸਾਡੇ ਇੰਡੀਆ ਦੇ ਵਿੱਚ ਥੋੜਾ ਇੱਕ ਡਿਸਟਿੰਕਸ਼ਨ ਬਣਾਤੀ, ਡਿਮਾਰਕੇਸ਼ਨ ਬਣਾਤੀ ਕਿ ਇਹ ਬੜੀਆਂ ਵਾਈਟ ਕਾਲਰ ਜੌਬ ਹੈ, ਇਹ ਬੜੀਆਂ ਬਲੂ ਕਾਲਰ ਜੌਬਸ ਹੈ। ਪਰ ਜਿਵੇਂ ਜਿਵੇਂ ਗਰੋ ਕਰ ਰਹੇ ਹੈ, ਗਲੋਬਲਾਈਜੇਸ਼ਨ ਹੋ ਰਹੇ ਹੈ, ਗਲੋਬਲਾਈਜੇਸ਼ਨ ਹੋਣ ਦੇ ਕਾਰਨ ਕੀ ਹੋ ਰਿਹਾ ਹੈ ਕਿ ਸਾਰੇ ਪ੍ਰੋਫੈਸ਼ਨ ਦੀ ਇੰਡੀਆ ਦੇ ਵਿੱਚ ਵੀ ਉਸ ਹਿਸਾਬ ਨਾਲ ਹੀ ਰਿਸਪੈਕਟ ਹੋ ਰਹੀ ਹੈ। ਕਿਉਂਕਿ ਜਿਵੇਂ ਸਾਡੇ ਘਰ ਕੋਈ ਵੀ ਪ੍ਰੋਫੈਸ਼ਨਲ ਹੈ, ਕੋਈ ਇਲੈਕਟ੍ਰੀਸ਼ੀਅਨ ਹੈ, ਕੋਈ ਪਲੰਬਰ ਹੈ, ਕੋਈ ਕਾਰਪੈਂਟਰ ਹੈ, ਅਸੀਂ ਉਹਦੀ ਉਹੀ ਰਿਸਪੈਕਟ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਯਾਰ ਜੇ ਜਿਹੜਾ ਕੰਮ ਪਲੰਬਰ ਨੇ ਕਰਨਾ ਹੈ, ਜਿਹੜਾ ਕੰਮ ਕਾਰਪੈਂਟਰ ਨੇ ਕਰਨਾ, ਜਿਹੜਾ ਕੰਮ ਇਲੈਕਟ੍ਰੀਸ਼ੀਅਨ ਨੇ ਕਰਨਾ ਹੈ, ਜਿਹੜਾ ਕੰਮ ਇਸ ਮਕੈਨਿਕ ਨੇ ਕਰਨਾ ਹੈ, ਜੇ ਨਹੀਂ ਕਰੇਗਾ ਤਾਂ ਹੋਰ ਕੌਣ ਕਰੇਗਾ? ਇਹੀ ਕਰਨਗੇ। ਇੱਕ ਤੁਹਾਡਾ ਪਾਣੀ ਦਾ ਜਿਹੜਾ ਨਲਕਾ ਘਰ ਦੇ ਵਿੱਚ ਲੀਕ ਕਰਨ ਲੱਗ ਪਏ ਨਾ, ਤੇ ਉਹਦੀ ਵਾਸ਼ਰ ਟੁੱਟ ਜੇ ਤੇ ਸਾਰੇ ਘਰ ਦੇ ਵਿੱਚ ਬਾਥਰੂਮ ਪਾਣੀ ਹੋ ਜਾਂਦਾ, ਤੇ ਤੁਹਾਨੂੰ ਇਹ ਹੁੰਦਾ ਵੀ ਯਾਰ ਕੋਈ ਪਲੰਬਰ ਹੁਣ ਕਿਵੇਂ ਲੈ ਕੇ ਆਵਾਂ, ਪਲੰਬਰ ਇਮੀਡੀਏਟਲੀ ਮਿਲੇ
ਤੇ ਤਾਂ ਕਿ ਮੇਰਾ ਕੰਮ ਇਹਨਾਂ ਦਾ ਨੀਡ ਬੇਸਡ ਹੋ ਗਿਆ। ਇਸ ਕਰਕੇ ਹੁਣ ਇਹ ਜਿਹੜਾ ਮੂਵਮੈਂਟ ਹੈ, ਸਾਰੇ ਪੇਰੈਂਟਸ, ਚਾਹੇ ਕੋਈ ਪੜ੍ਹਿਆ ਲਿਖਿਆ ਚਾਹੇ ਕੋਈ ਨਹੀਂ ਪੜ੍ਹਿਆ ਲਿਖਿਆ, ਮੈਨੂੰ ਪਤਾ ਹੈ ਕਿ ਇਹ ਜਿਹੜਾ ਮੂਵਮੈਂਟ ਹੈ ਸਾਰੇ ਪੇਰੈਂਟਸ ਵਾਸਤੇ ਬੜਾ ਡਿਫਿਕਲਟ ਮੂਵਮੈਂਟ ਹੁੰਦੇ ਹੈ। ਔਰ ਡਿਫਿਕਲਟ ਮੂਵਮੈਂਟ ਦੇ ਵਿੱਚ ਜਿਵੇਂ ਅਸੀਂ ਕੋਈ ਬੰਦਾ, ਕੋਈ ਬੱਚਾ ਕੋਈ ਹੈ, ਅਸੀਂ ਸਾਈਕੋਲੋਜਿਸਟ ਕੋਲੇ ਜਾਂਦੇ ਹਾਂ, ਡਾਕਟਰ ਕੋਲੇ ਜਾਂਦੇ ਹਾਂ ਕਿਸੇ ਵੀ ਸਮੱਸਿਆ ਵਾਸਤੇ। ਇਹ ਕੈਰੀਅਰ ਕਾਉਂਸਲਿੰਗ ਦੀ ਜਿਹੜੀ ਸਮੱਸਿਆ ਹੈ, ਇਹ ਬਹੁਤ ਵੱਡੀ ਸਮੱਸਿਆ ਹੈ। ਅਸੀਂ ਇੱਕ ਆਪਣਾ ਇੱਕ ਸਮਾਜ ਸੇਵਾ ਐਜ਼ ਏ ਸੋਸ਼ਲ ਸਰਵਿਸ ਅਸੀਂ ਇਹ ਇੱਕ ਬੀੜਾ ਚੱਕਿਆ ਕਿ ਕਿਸੇ ਵੀ ਜਿਹੜਾ ਬੱਚੇ ਨੂੰ ਇਨਫੋਰਮੇਸ਼ਨ ਦੇ ਕਾਰਨ ਜਿਹੜਾ ਉਹ ਪਿੱਛੇ ਨਾ ਰਹਿ ਜਾਵੇ ਕਿ ਇਨਫੋਰਮੇਸ਼ਨ ਨਹੀਂ ਹੈ। ਵੀ ਸ਼ੁੱਡ ਹੈਵ ਏ ਪ੍ਰੋਪਰ ਇਨਫੋਰਮੇਸ਼ਨ। ਸਾਡੀ ਵੈਬਸਾਈਟ ਹੈ bettercounselingindia.com, ਤੁਸੀਂ ਉਹਦੇ ਤੇ ਵੀ ਦੇਖ ਸਕਦੇ ਹੋ। ਮੇਰਾ ਆਪਣਾ ਮੈਂ ਸਕਰੀਨ ਤੇ ਨੰਬਰ ਵੀ ਚਲਾ ਸਕਦਾ ਤੇ ਨੰਬਰ ਨੋਟ ਵੀ ਕਰ ਲਓ 9463563064 94635 63634। और दूसरा नंबर है 62804 92164। ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਸਟੂਡੈਂਟਸ ਜਿਹੜੇ ਹੈ ਲੈਕ ਆਫ ਇਨਫੋਰਮੇਸ਼ਨ ਦੇ ਕਾਰਨ ਰੋਂਗ ਡਿਸੀਜ਼ਨ ਲੈ ਜਾਣ। ਰੋਂਗ ਡਿਸੀਜ਼ਨ ਕਿਉਂਕਿ ਇੱਕ ਬੜਾ ਜਿਵੇਂ ਕਹਿੰਦੇ ਆ, ਇੱਕ ਬੜੀ ਸਾਨੂੰ ਸਾਡੇ ਟੀਚਰ ਨੇ ਸੁਣਾਇਆ ਸੀ ਸਾਨੂੰ ਇੱਕ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਇੱਕ ਸ਼ੇਰ ਹੈ, मैं तुम्हें शेयर दस रहा कि एक कदम गलत उठा था राहे शौक में, एक कदम गलत उठा था राहे शौक में, मंजिल तमाम उम्र मुझको ढूंढती रही। तो इस करके ये जड़ा मूवमेंट है बड़े क्रूशियल मूवमेंट्स है कि मैं नहीं चाहता कि तुसी कोई भी जड़ा इस मौके ते जड़ा कोई डिसीजन इस तरह का लो कि जिन्हें नाल तुहानू ये लगे कि ये जड़ा लाइफ है बड़ी लिमिटेड है। 30-40 साल तुहानू जिंदगी दे विच काम करने का मौका मिलना है। काम वो चूज करो ਜਿਹੜਾ ਤੁਹਾਡਾ ਇੱਕ ਪ੍ਰੋਫੈਸ਼ਨ ਹੈ, ਜਿਹਨੂੰ ਤੁਹਾਨੂੰ ਸ਼ੌਂਕ ਹੈ, ਪੈਸ਼ਨ ਹੈ। ਹੁਣ ਮੰਨ ਲਓ ਜਿਸ ਤਰ੍ਹਾਂ ਕ੍ਰਿਕਟਰਸ ਹੈ, ਤੁਸੀਂ ਦੇਖੋ ਕ੍ਰਿਕਟਰ ਹੈ ਸਚਿਨ ਤੰਦੂਲਕਰ ਨੂੰ ਕਿਹਾ ਜਾਂਦਾ ਕਿ ਯਾਰ ਤੂੰ ਮੈਥਮੈਟਿਕਸ ਦਾ ਪ੍ਰੋਫੈਸਰ ਬਣ ਜਾ। ਉਹ ਬਣ ਜਾਂਦਾ ਮੈਥਮੈਟਿਕਸ ਦਾ ਪ੍ਰੋਫੈਸਰ ਕਿਉਂਕਿ ਉਹ ਜਿਹੜੇ ਜ਼ਿੰਦਗੀ ਦੇ ਵਿੱਚ ਉਹਨੇ ਜੇ ਖੇਲਣਾ ਹੀ ਸੀ। MS ਧੋਨੀ ਹੈ, there are so many ਜਿਨ੍ਹਾਂ ਨੇ ਜੇ ਖੇਲਣ ਦਾ ਕੰਮ ਕੀਤਾ, ਉਹਨਾਂ ਨੇ ਖੇਲਣ 'ਚ ਆਪਣਾ ਨਾਮ ਕੀਤਾ। ਇਸ ਕਰਕੇ ਜਿਹੜੇ ਸਾਡੇ 3 ਸੁਪਨੇ ਹੈ पेरेंट्स दे, वो किवें है? पहला की है पैसा कमाना, यंग एज सैटल होना। दूसरा नेम ते फेम, सोसाइटी दे विच कम्यूनिटी दे विच उन्होंने अपनी एडजस्टमेंट्स करनियां, उनका नाम होवे, कम्यूनिटी दे विच नाम होवे। ये सारा कुछ जड़ा तां ही हासिल होएगा। अज दी डेट दे विच डियर स्टूडेंट्स की है कि BTech MBA करके बच्चे, BTech MBA बच्चे कि मैं क्योंकि प्लेसमेंट, क्योंकि मैं ट्रेनिंग एंड प्लेसमेंट हैड भी रहा अपनी इंस्टीट्यूट का, BTech MTech करके जो बच्चे बाहर जाते हैं तो 10,000 15,000 20,000 रुपया कंपनी सैलरी दे रही है। तुसीं मैनूं दसो कि 10 15 20,000 की सैलरी नाल अपने घर का खर्चा नहीं चलना, घर का खर्चा नहीं चलना। ते पर जे स्किल है तो ये उन्ने ही कमा सकते 10 15,000 रुपया, 20,000 तो 4 दिनों के इंडिया च भी कमा सकता, बाहर भी कमा सकता। अच्छा शेफ, मैं कहना मैं एक बार दिल्ली गया, मैंने मैं कुछ एग्जाम्पल दे के तुहानूं समझा रहा कि काम कोई छोटा वड्डा नहीं। दिल्ली गया मैं चांदनी चौक, ਤੇ ਚਾਂਦਨੀ ਚੌਂਕ ਗਿਆ ਤੇ ਉੱਥੇ ਗੋਲ ਗੱਪੇ ਵੇਚ ਰਿਹਾ ਸੀ ਚਾਂਦਨੀ ਚੌਂਕ ਦੇ ਵਿੱਚ ਇੱਕ। ਤੇ ਜਦੋਂ ਉੱਥੇ ਅਸੀਂ ਲਾਈਨ 'ਚ ਖੜਿਆ ਤੇ ਮੈਂ ਅੱਗੇ ਜਾ ਕੇ ਖੜ ਗਿਆ ਤੇ ਜਦੋਂ ਮੇਰੀ ਵਾਰੀ ਆਈ ਕਹਿੰਦਾ ਟੋਕਨ ਕਿੱਥੇ ਹੈ? ਮੈਂ ਕਿਹਾ ਯਾਰ ਟੋਕਨ ਦੇ ਰਹੇ ਹੋ ਤੁਸੀਂ? ਕਹਿੰਦੇ ਜੀ ਉਹ ਦੇਖੋ ਲਾਈਨ ਲੱਗੀ ਹੋਈ ਹੈ। ਉੱਥੇ ਇੰਨੀ ਲੰਬੀ ਲਾਈਨ ਲੱਗੀ ਹੋਈ ਸੀ ਤੇ ਉਹ ਗੋਲ ਗੱਪੇ ਇੰਨੇ ਫੇਮਸ ਸੀ ਉਹਦੇ ਕਿ ਟੋਕਨ ਦੇ ਕੇ ਗੋਲ ਗੱਪੇ ਵੇਚ ਰਿਹਾ, ਆਈਸਕ੍ਰੀਮ ਦੇ ਰਿਹਾ, ਪਰੌਂਠੇ ਦੇ ਰਿਹਾ ਟੋਕਨ ਦੇ ਕੇ। ਤੇ ਸ਼ੈਫ ਹੀ ਹੈ ਇਹ। ਇਸ ਕਰਕੇ ਸਾਡੇ ਹਰ ਪੰਜਾਬੀ ਲੜਕੀ ਨੂੰ, ਹਰ ਪੰਜਾਬੀ ਲੜਕੀ ਦੀ ਮੈਂ ਗੱਲ ਕਰ ਰਿਹਾ, ਉਹਨੂੰ ਕੁਕਿੰਗ ਆਉਂਦੀ ਹੈ, ਉਹਨੂੰ ਐਮਬਰਾਇਡਰੀ ਆਉਂਦੀ ਹੈ, ਉਹਨੂੰ ਡਰੈਸ ਡਿਜ਼ਾਈਨਿੰਗ ਆਉਂਦੀ ਹੈ, ਉਹਨੂੰ ਸਟਿਚਿੰਗ ਆਉਂਦੀ ਹੈ। ਇਸ ਪ੍ਰੋਫੈਸ਼ਨ ਨੂੰ ਇੱਕ ਅਗਲੀ ਮੰਜ਼ਿਲ ਤੱਕ ਲੈ ਕੇ ਜਾਓ, ਇੱਕ ਅਗਲੇ ਮੁਕਾਮ ਤੱਕ ਲੈ ਕੇ ਜਾਓ। ਮੁਕਾਮ ਕੀ ਹੈ ਕਿ ਨਵੀਂ ਇਨੋਵੇਸ਼ਨ ਕੀ ਹੈ, ਜਿਹੜੀ ਨਵੀਂ ਇਨੋਵੇਸ਼ਨ, ਨਵੀਂ ਕ੍ਰੀਏਟੀਵਿਟੀ ਕੀ ਹੈ, ਕਿ ਅੱਜ ਨਵਾਂ ਕੀ ਹੋ ਰਿਹਾ ਹੈ। ਜੇ ਸਾਡੇ ਪੰਜਾਬੀ ਹੈ ਉਹ ਖੇਤੀਬਾੜੀ ਐਗਰੀਕਲਚਰ ਤੋਂ ਕਿਉਂ ਭਜਦੇ ਆ? ਐਗਰੀਕਲਚਰ ਦਾ ਇੰਨਾ ਕੰਮ ਹੈ। ਮੰਨ ਲਓ ਫੋਰਨ ਕੰਟਰੀ ਦੇ ਵਿੱਚ ਵੀ ਤੁਸੀਂ ਜਾਂਦੇ ਹੋ, ਉੱਥੇ ਐਗਰੀਕਲਚਰ ਦਾ ਇੰਨਾ ਕੰਮ ਹੈ। ਕੈਨੇਡਾ ਆਸਟ੍ਰੇਲੀਆ ਕੋਲੇ ਲੱਖਾਂ ਏਕੜ ਜਿਹੜੀ ਲੈਂਡ ਹੈ ਉਹ ਬੈਰਨ ਪਈ ਹੈ। ਉਹ ਤਾਂ ਕਹਿੰਦੇ ਸਾਡੇ ਕੋਲ ਐਗਰੀਕਲਚਰ ਐਕਸਪਰਟ ਆਣ ਆ ਕੇ ਸਾਡਾ ਖੇਤੀਬਾੜੀ ਦਾ ਕੰਮ ਸੰਭਾਲਣ। ਤੁਸੀਂ ਇੱਕ ਛੋਟਾ ਜਿਹਾ ਡਿਪਲੋਮਾ ਇਨ ਐਗਰੀਕਲਚਰ ਹੀ ਕਰ ਲਓ। ਡਿਪਲੋਮਾ ਐਗਰੀਕਲਚਰ ਕਰਕੇ ਨਾਲੇ ਤਾਂ ਤੁਹਾਨੂੰ PR ਮਿਲੇਗੀ, ਪਰਮਾਨੈਂਟ ਰੈਜ਼ੀਡੈਂਸੀ ਮਿਲੇਗੀ ਛੇਤੀ, ਤੇ ਨਾਲੇ ਤੁਸੀਂ ਉੱਥੇ ਸੈਟਲ ਹੋਵੋਗੇ। ਔਰ ਤੁਹਾਡੀ ਇੱਜ਼ਤ ਵੀ ਉਨੀ ਹੈ ਜਿੰਨੀ ਇੱਕ ਡਾਕਟਰ ਦੀ ਹੈ, ਸੋਸ਼ਲ ਵਰਕਰ ਦੀ ਹੈ, ਇੰਜੀਨੀਅਰ ਦੀ ਹੈ।
ਤੁਸੀਂ ਇਹ ਦੇਖੋ ਕਿ ਜਿਹੜਾ ਨਰਸਿੰਗ ਦਾ ਕੋਰਸ ਹੈ ਜਾਂ ਕੋਈ ਹੋਰ, ਮੈਂ ਤੁਹਾਨੂੰ ਏਜ ਰਿਲੇਟਡ ਕੋਰਸ ਦੱਸ ਰਿਹਾ ਜਿਹੜੇ ਤੁਹਾਨੂੰ ਕਿ 올ਡ ਏਜ ਕੇਅਰ ਹੋਮ, ਤਾਂ ਉੱਥੇ ਉਹਨਾਂ ਦੀ ਸੈਲਰੀ $40 $45 $50 $50 ਪਰ ਆਵਰ ਹੈ ਸੈਲਰੀ। ਜਦੋਂ $40 $45 $50 ਪਰ ਸੈਲਰੀ ਉਹਨਾਂ ਦੀ ਆਵਰ ਹੈ, ਇਹਦਾ ਮਤਲਬ ਥੀਸ ਪ੍ਰੋਫੈਸ਼ਨਸ ਆਰ ਡਿਮਾਂਡ, ਥੀਸ ਪ੍ਰੋਫੈਸ਼ਨਸ ਆਰ ਆਫ ਗ੍ਰੇਟ ਡਿਮਾਂਡ। ਤੁਸੀਂ ਦੇਖੋਗੇ ਇਸ ਵੇਲੇ ਹੁਣ ਹੈਲਥ ਸੈਕਟਰ, ਜਿਹੜਾ ਕਰੋਨਾ ਵਾਇਰਸ ਦਾ ਟਾਈਮ ਹੈ, ਹੈਲਥ ਸੈਕਟਰ ਦੀ ਇਸ ਵੇਲੇ ਇੰਡੀਆ ਦੇ ਵਿੱਚ ਹੀ ਕਿੰਨੀ ਡਿਮਾਂਡ ਹੋਈ ਪਈ ਹੈ ਹੈਲਥ ਸੈਕਟਰ ਦੀ। ਅੱਜ ਇਸ ਵੇਲੇ ਡਾਕਟਰਸ ਦੀ ਵੀ ਡਿਮਾਂਡ ਹੈ, ਨਰਸਿਸ ਦੀ ਵੀ ਡਿਮਾਂਡ ਹੈ, ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਹੈਲਥ ਸੈਕਟਰ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹਨੇ ਵੀ ਬੜਾ ਅੱਗੇ ਜਾਣਾ ਹੈ, ਇਹਦੀ ਬਹੁਤ ਪ੍ਰਮੋਸ਼ਨ ਹੋਣੀ ਹੈ ਹੈਲਥ ਸੈਕਟਰ ਦੀ। ਇਸ ਕਰਕੇ ਹੈਲਥ ਸੈਕਟਰ ਦੇ ਨਾਲ ਕੋਈ ਵੀ ਕੋਰਸ ਚੂਜ਼ ਕਰ ਸਕਦੇ ਹੋ ਤੁਸੀਂ ਜਿੱਥੇ ਹੈਲਥ ਸੈਕਟਰ ਹੈ, ਨੰਬਰ 1। ਨੰਬਰ 2, ਆਪਣੀ ਫਿਜ਼ੀਕਲ ਅਪੀਅਰੈਂਸ ਦੇ ਜਿੱਥੇ ਤੁਸੀਂ ਕਿਸੇ ਨੂੰ ਸਜਾ ਰਹੇ ਹੋ, ਕੋਈ ਕੋਰਸ ਚੂਜ਼ ਕਰ ਸਕਦੇ ਹੋ। ਖਾਣ ਪੀਣ ਦੇ ਨਾਲ ਕੋਈ ਕੋਰਸ ਚੂਜ਼ ਕਰ ਸਕਦੇ ਹੋ। ਅੱਜ ਹੁਣ ਜਿਵੇਂ ਇੰਜੀਨੀਅਰਿੰਗ ਹੈ, ਹੁਣ ਮੈਂ ਇੰਜੀਨੀਅਰਿੰਗ ਵੱਲ ਆ ਰਿਹਾ, ਤਾਂ ਤੁਸੀਂ ਉੱਥੇ ਜਿਸ ਤਰ੍ਹਾਂ ਰੋਬੋਟਿਕ ਇੰਜੀਨੀਅਰ, ਅੱਜ ਜਿਹੜਾ ਟਾਈਮ ਹੈ ਰੋਬੋਟਸ ਦਾ ਟਾਈਮ ਹੈ, ਰੋਬੋਟਿਕ ਇੰਜੀਨੀਅਰ ਤੁਸੀਂ ਉਹਦੇ ਉਸ ਪ੍ਰੋਫੈਸ਼ਨ ਦੇ ਵਿੱਚ ਆਓ, ਇਹ ਇੰਜੀਨੀਅਰਸ ਵਾਸਤੇ ਹੈ। ਅੱਜ ਕੱਲ੍ਹ ਕਨਵੈਨਸ਼ਨਲ ਇੰਜੀਨੀਅਰ ਇਕੱਲੇ ਜਿਹੜੇ ਮੰਨ ਲਓ ਕਿ ਤੁਸੀਂ ਇੱਕ ਮਕੈਨੀਕਲ ਇੰਜੀਨੀਅਰਿੰਗ ਕਨਵੈਨਸ਼ਨਲ ਇੰਜੀਨੀਅਰਿੰਗ ਹੈ, ਕੰਪਿਊਟਰ ਇੰਜੀਨੀਅਰਿੰਗ ਹੈ। ਅੱਜ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਹੀ ਹਜ਼ਾਰਾਂ ਬ੍ਰਾਂਚਿਸ ਆ ਗਈਆਂ, ਡਿਜੀਟਲ ਇਲੈਕਟ੍ਰੋਨਿਕਸ, ਐਨੀਮੇਸ਼ਨ ਦਾ ਕੰਮ ਹੈ, ਮਲਟੀਮੀਡੀਆ, ਕਿੰਨੇ ਕੰਮ ਹੈ। ਇਸ ਕਰਕੇ ਤੁਸੀਂ ਇਹ ਕੰਮ ਵੀ ਚੂਜ਼ ਕਰ ਸਕਦੇ ਹੋ। ਸੋ ਦੇਰ ਆਰ thousands of skill based professions which you can adopt, where you can earn a lot of money, name, fame and everything. And as a ਜਿਵੇਂ ਕਿ ਇਹ ਜਿਹੜਾ ਇਨੀਸ਼ੀਏਟਿਵ ਲਿਆ ਕਿ ਆਪਣੇ ਕਮਲਜੀਤ ਸਿੰਘ ਜਿਹੜੇ ਪ੍ਰੈਜ਼ੀਡੈਂਟ ਹੈ ਬਾਬਾ ਫਰੀਦ ਐਜੂਕੇਸ਼ਨ ਸੁਸਾਇਟੀ ਦੇ, ਉਹਨਾਂ ਨੇ ਮੈਨੂੰ ਇੱਕ ਕਿਹਾ, ਕਹਿੰਦੇ ਜੀ ਤੁਸੀਂ ਇਹ ਕਰਨਾ ਹੈ। ਮੈਂ ਕਿਹਾ ਜੀ ਬਿਲਕੁਲ ਜ਼ਰੂਰ ਕਰਨਾ ਹੈ, ਕਿਉਂਕਿ ਕਮਲਜੀਤ ਜੀ ਜਿਹੜੇ ਆ ਸੋਸ਼ਲ ਵਰਕ ਦੇ ਵਿੱਚ ਕਾਫੀ ਅੱਗੇ ਰਹਿੰਦੇ ਆ, ਤੇ ਅਸੀਂ ਇਹ ਜਿਹੜਾ ਵੈਬੀਨਾਰ ਤੇ ਕੀਤਾ, ਤੇ ਹੁਣ ਵੀ ਤੁਸੀਂ ਜੇ ਕਿਸੇ ਦੀ ਕੋਈ ਅਸਿਸਟੈਂਸ ਦੀ ਜ਼ਰੂਰਤ ਹੈ, ਕਿਸੇ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ, ਤਾਂ ਤੁਸੀਂ ਡਾਇਰੈਕਟ ਵੀ ਗੱਲ ਕਰ ਸਕਦੇ ਹੋ। ਤੇ ਥਰੂ ਕਮਲਜੀਤ ਸਿੰਘ ਜਿਹੜੇ ਆ ਜਾਂ ਪ੍ਰੋਫੈਸਰ ਮਨੋਜ ਗੋਇਲ ਨੇ, ਉਹ ਵੀ ਬੜੇ ਸਰਗਰਮ ਕਾਰਿਆਕਰਤਾ ਨੇ, ਤੇ ਤੁਸੀਂ ਉਹਨਾਂ ਦੇ ਥਰੂ ਯੂ ਕੈਨ ਕਮ ਐਨੀ ਟਾਈਮ। ਤੇ ਲੇਕਿਨ ਇਹ ਹੈ ਕਿ ਮੈਂ ਫਿਰ ਦੁਬਾਰਾ ਇਹ ਕਹਿ ਰਿਹਾ ਕਿ ਪ੍ਰੋਫੈਸ਼ਨ ਨੂੰ ਅੱਛੀ ਤਰ੍ਹਾਂ ਚੂਜ਼ ਕਰੋ, ਕੋਈ ਜਲਦਬਾਜ਼ੀ ਨਾ ਕਰੋ। ਇਹ ਜ਼ਿੰਦਗੀ ਦੀ ਪ੍ਰੋਫੈਸ਼ਨਲ ਜਿਹੜੀ ਚੁਆਇਸ ਹੈ ਇਹ ਉਹੀ ਡਿਸੀਜਨ ਮੇਕਿੰਗ ਹੈ, ਜਿਵੇਂ ਅਸੀਂ ਵਿਆਹ ਸ਼ਾਦੀ ਵੇਲੇ ਲੜਕੇ ਵਾਸਤੇ ਲੜਕੀ ਲੱਭਦੇ ਆ ਜਾਂ ਲੜਕੀ ਵਾਸਤੇ ਲੜਕਾ ਲੱਭਦੇ ਆ, ਇਹ ਉਹੀ ਡਿਸੀਜਨ ਹੈ। ਕਿਉਂਕਿ ਜੇ ਅੱਛਾ ਲੜਕਾ ਜਾਂ ਅੱਛੀ ਲੜਕੀ ਲੱਭ ਜਾਏਗੀ ਤੇ ਜ਼ਿੰਦਗੀ ਭਰ ਖੁਸ਼ ਰਹੋਗੇ, ਤੇ ਇਸ ਤਰ੍ਹਾਂ ਹੀ ਜੇ ਅੱਛੇ ਪ੍ਰੋਫੈਸ਼ਨ ਚਲੇ ਜਾਓਗੇ ਤਾਂ ਜ਼ਿੰਦਗੀ ਭਰ ਖੁਸ਼ ਰਹੋਗੇ। ਤੇ ਇਸ ਕਰਕੇ ਇਹੀ ਹੈ ਕਿ ਤੁਸੀਂ, ਇਹ ਤਾਂ ਵਿਆਹ ਸ਼ਾਦੀ ਵਾਲਾ ਹੀ ਕੰਮ ਹੈ ਕਿ ਇਹਦੇ ਨਾਲ ਜਿਹੜੇ ਪ੍ਰੋਫੈਸ਼ਨ ਦੇ ਨਾਲ ਤੁਸੀਂ ਕੀ ਸਮਝਦੇ, ਤੁਹਾਡੀ ਅਗਲੀ ਜ਼ਿੰਦਗੀ ਨਹੀਂ ਜੁੜੀ ਹੋਈ, ਤੁਹਾਡੀ ਅਗਲੀ ਜ਼ਿੰਦਗੀ ਵੀ ਜੁੜੀ ਹੈ। ਜੇ ਤੁਹਾਡੇ ਪਰਸ ਦੇ ਵਿੱਚ, ਜੇਬ ਦੇ ਵਿੱਚ ਪੈਸੇ ਬਹਿਣਗੇ ਤਾਂ ਤੁਹਾਡੀ ਇੱਜ਼ਤ ਰਹੇਗੀ, ਰਿਸਪੈਕਟ ਰਹੇਗੀ। ਮੰਨ ਲਓ ਤੁਸੀਂ ਕੁਝ ਕੰਮ ਹੀ ਨਹੀਂ ਕਰਦੇ ਤਾਂ ਪੈਸਾ ਨਹੀਂ ਜਿਹਦੇ ਕੋਲੇ, ਤਾਂ ਉਹਦੀ ਜਿਹੜੀ ਰਿਸਪੈਕਟ ਹੈ ਉਹ ਵੀ ਉਸ ਹਿਸਾਬ ਨਾਲ ਤੁਹਾਨੂੰ ਪਤਾ ਹੈ ਕਿ ਨਹੀਂ ਪ੍ਰੋਪਰ ਹੋ ਪਾਏਗੀ। ਬਸ ਮੈਂ ਇਹੀ ਹੈ ਜਿਹੜੇ ਵੀਡੀਓ ਦੇ ਮਾਧਿਅਮ ਤੇ ਵੀਡੀਓ ਜਿਹੜਾ ਬਣਾਇਆ ਅਸੀਂ, ਮੈਨੂੰ ਲੱਗਦਾ ਆਪਾਂ ਰਿਕਾਰਡਿੰਗ ਵੀ ਇਹਦੀ ਕਰ ਰਹੇ ਹਾਂ, ਤਾਂ ਅਸੀਂ ਇਹ ਫੇਰ ਦੁਬਾਰਾ ਸ਼ੇਅਰ ਕਰਾਂਗੇ ਅਸੀਂ ਇਹਦੀ, ਕਿਉਂਕਿ ਅੱਜ ਜਿਹੜੇ ਸਾਡੇ ਨਾਲ, ਕਿਉਂਕਿ ਜ਼ਿਆਦਾ ਬੜੇ ਸ਼ਾਰਟ ਟਾਈਮ ਤੇ ਅਸੀਂ ਇਹ ਵੀਡੀਓ ਬਣਾਈ ਸੀ, ਬੜਾ ਸ਼ਾਰਟ ਟਾਈਮ ਸੀ, ਹੋ ਸਕਦਾ ਕਿ ਬੜੇ ਲੋਕ ਜਿਹੜੇ ਆ ਉਹ ਨਹੀਂ ਦੇਖ ਪਾਏ ਹੋਣਗੇ ਜਾਂ ਜੁੜ ਨਹੀਂ ਪਾਏ ਹੋਣਗੇ, ਤਾਂ ਅਸੀਂ ਇਹਨੂੰ ਫਿਰ ਦੁਬਾਰਾ ਸੋਸ਼ਲ ਮੀਡੀਆ ਤੇ ਸ਼ੇਅਰ ਕਰਾਂਗੇ। ਮੈਂ ਉਹੀ ਗੱਲਾਂ ਫਿਰ ਦੁਬਾਰਾ ਹੁਣ ਤੁਸੀਂ ਯਾਦ ਰੱਖਿਓ, ਔਰ ਬੜਾ ਇਹ ਡਿਸੀਜ਼ਨ ਜਿਹੜਾ ਬੜਾ ਲਾਈਫ ਦੇ ਵਿੱਚ ਇੰਪੋਰਟੈਂਟ ਹੈ, ਤੁਸੀਂ ਉਸ ਹਿਸਾਬ ਨਾਲ ਆਪਣਾ ਜਿਹੜਾ ਡਿਸੀਜ਼ਨ ਹੈ ਇਹਨੂੰ ਤੁਸੀਂ ਯੂ ਕੈਨ ਟੇਕ ਡਿਸੀਜ਼ਨ ਐਜ਼ ਪਰ ਯੂਅਰ ਪੈਸ਼ਨ ਐਂਡ ਇੰਟਰਸਟ। ਥੈਂਕ ਯੂ, ਨਮਸਕਾਰ, ਸਤਿ ਸ਼੍ਰੀ ਅਕਾਲ।